ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਤਾ ਅਰ ਮੱਧੂ ਹਿਤ ਧਾਰੇ, ਗੋਖੂ ਟੋਡਾ ਮਹਿਤਾ ਚਾਰੇ। ਤੋਤਾ ਅਰ ਮੱਧੂ ਹਿਤ ਧਾਰੇ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਆਓ ਪੱਖੇ ਚਲਾਓ, ਦੀਨ ਦੁਨੀਆ ਦੇ ਮਾਲਕ, ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜਿਆਂ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਲੜੀਵਾਰ ਕਥਾ ਅਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਸਾਂ। ਕੁਝ ਦਿਨ ਵਾਸਤੇ ਇਸ ਕਥਾ ਨੂੰ ਵਿਰਾਮ ਦਿੱਤਾ ਗਿਆ ਸੀਗਾ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਵਿੱਚ ਜੀ। ਕੱਲ੍ਹ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਹੈ। ਸੋ ਆਪਾਂ ਮਹਾਰਾਜ ਜੀ ਦੇ ਗੁਣ ਗਾਵਣੇ ਹਨ। ਇੱਕ ਨੰਬਰ ਕੱਟ ਕਰੋ ਨਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਸਰਵਣ ਕੀਤਾ। ਗੁਰਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੁਭਾਏਮਾਨ ਹਨ। ਗੁਰਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਆਪਣੇ ਮਨ ਦੇ ਸੰਸ਼ੇ ਜਿਹੜੇ ਹੈ ਹੱਲ ਕਰਾਉਂਦੇ ਹਨ। ਦੋ ਗੁਰਸਿੱਖ ਮਹਾਰਾਜ ਜੀ ਦੇ ਕੋਲ ਆਏ, ਭਾਈ ਲਾਲੂ ਜੀ ਹੋਣੀ। ਉਹਨਾਂ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਕੀਰਤਨ ਸੁਣਦੇ ਹਾਂ, ਕਥਾ ਵੀ ਸੁਣਦੇ ਹਾਂ, ਬਹੁਤ ਲੋਕਾਂ ਨਾਲ ਵਿਚਾਰ ਵੀ ਕਰਦੇ ਹਾਂ। ਮਹਾਰਾਜ ਸਾਡੇ ਮਨ ਵਿੱਚ ਇਹ ਸ਼ੰਕਾ ਹੈ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕਿਹਦੇ ਰੂਪ ਹਨ? ਕਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਵਿਸ਼ਨੂੰ ਜੀ ਦਾ ਰੂਪ ਕਹਿੰਦੇ ਆ। ਮਹਾਰਾਜ ਆਪ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਕਿਹਦੇ ਰੂਪ ਹਨ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਸਾਰੀ ਗੱਲ ਖੋਲ੍ਹ ਕੇ ਦੱਸੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਰਤਾ ਪੁਰਖ ਵਾਹਿਗੁਰੂ ਜੀ ਆਪ ਧਰਤੀ 'ਤੇ ਆਏ ਹਨ। ਕਿਸੇ ਦੇਵੀ ਦੇਵਤੇ ਦੇ ਅਵਤਾਰ ਨਹੀਂ। ਧਰਤੀ ਨੇ ਆਪ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ। ਵਾਹਿਗੁਰੂ ਜੀ ਆਪ ਤਨ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆਏ, ਆ ਕੇ ਇਸ ਦੁਨੀਆ ਨੂੰ ਗੁਰਬਾਣੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਸੋ ਭਾਈ ਸਿੱਖੋ, ਗੁਰਬਾਣੀ ਪੜ੍ਹ ਕੇ ਲਾਭ ਪ੍ਰਾਪਤ ਕਰੋ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਅੱਜ ਦੀ ਕਥਾ ਆਪਾਂ ਸਰਵਣ ਕਰਨੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ 'ਤੇ ਕੀ ਕਿਰਪਾ ਕਰਦੇ ਹਨ, ਉਹ ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰਾਂਗੇ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੋਤਾ ਅਰ ਮੱਧੂ ਹਿਤ ਧਾਰੇ, ਗੋਖੂ ਟੋਡਾ ਮਹਿਤਾ ਚਾਰੇ। ਭਾਈ ਤੋਤਾ ਜੀ, ਭਾਈ ਮੱਧੂ ਜੀ, ਭਾਈ ਗੋਖੂ ਜੀ, ਭਾਈ ਟੋਡਾ ਜੀ, ਚਾਰ ਗੁਰਸਿੱਖਾਂ ਦੇ ਨਾਮ ਹਨ। ਚਾਰੇ ਹੀ ਬੜੇ ਪ੍ਰੇਮ ਦੇ ਨਾਲ ਮਿਲ ਕਰ ਸ਼੍ਰੀ ਅਰਜਨ ਢਿਗ ਆਏ। ਚਾਰੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਹਨ। ਹਾਂਜੀ, ਪਦ ਅਰ ਬਿੰਦਨ ਸੀਸ ਲਗਾਏ। ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ ਹੈ, ਨਮਸਕਾਰ ਕੀਤੀ ਹੈ। ਬੈਠੇ ਹਾਥ ਜੋੜ ਕਰ ਪਾਸ। ਹੱਥ ਜੋੜ ਕੇ ਮਹਾਰਾਜ ਜੀ ਦੇ ਪਾਸ ਬੈਠ ਗਏ ਜੀ, ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਪਿਖ ਅਵਸਰ ਕੀਨਸ ਅਰਦਾਸ। ਮੌਕਾ ਮਿਲਣ ਤੇ ਅਰਦਾਸ ਕੀਤੀ ਜੀ ਇਹਨਾਂ ਨੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਇਹ ਚਾਰੋਂ ਗੁਰਸਿੱਖ ਆਏ, ਬੈਠੇ, ਅਰਦਾਸ ਬੇਨਤੀ ਕਰਨ ਲੱਗੇ ਜੀ। ਸੁਣਿਓ, ਸਾਡੀਆਂ ਮੰਗਾਂ ਸੰਸਾਰੀ ਹੁੰਦੀਆਂ ਨੇ। ਇਹਨਾਂ ਚਾਰੇ ਗੁਰਸਿੱਖਾਂ ਨੇ ਕੀ ਮੰਗਿਆ ਗੁਰੂ ਅਰਜਨ ਦੇਵ ਜੀ ਕੋਲੋਂ ਜੀ? ਹਾਂਜੀ, ਗੁਰੂ ਗਰੀਬ ਨਿਵਾਜ ਹਮਾਰਾ, ਜਨਮ ਮਰਨ ਤੇ ਕਰਹੁ ਉਦਾਰਾ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮਹਾਰਾਜ ਸਾਡਾ ਜਨਮ ਮਰਨ ਕੱਟ ਦਿਓ। ਮਹਾਰਾਜ ਜਨਮ ਮਰਨ ਤੋਂ ਉਧਾਰ ਕਰ ਦਿਓ ਸਾਡਾ ਸੱਚੇ ਪਾਤਸ਼ਾਹ। ਹਾਂਜੀ, ਰਾਵਰ ਕੀ ਸ਼ੋਭਾ ਸੁਨ ਆਏ। ਹੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੀ ਸੋਭਾ ਸੁਣ ਕੇ, ਵਡਿਆਈ ਸੁਣ ਕੇ ਮਹਾਰਾਜ ਤੁਹਾਡੀ ਹਜ਼ੂਰੀ ਵਿੱਚ ਆਏ ਆ। ਬੜਿਆਂ ਲੋਕਾਂ ਨੇ ਸਾਨੂੰ ਕਿਹਾ, ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਗੁਰੂ ਅਰਜਨ ਦੇਵ ਜੀ ਦੇ ਕੋਲ ਚਲੇ ਜਾਓ। ਹਾਂਜੀ, ਉਚਿਤ ਉਦਾਹਰਨ ਕੇ ਲਖ ਪਾਏ। ਮਹਾਰਾਜ ਗਰੀਬ ਨਵਾਜ, ਅਸੀਂ ਜਾਣਿਆ ਸਾਡਾ ਉਧਾਰ ਤੁਸੀਂ ਕਰ ਸਕਦੇ ਹੋ। ਮਹਾਰਾਜ ਆਪ ਕਰ ਸਕਦੇ ਹੋ। ਆਪ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ ਸੱਚੇ ਪਾਤਸ਼ਾਹ। ਹਾਂਜੀ, ਸੁਨ ਬੋਲੇ ਸ਼੍ਰੀ ਅਰਜਨ ਗਿਆਨੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਜੀ ਦੇ ਚਰਨਾਂ 'ਚ ਸੁਰਤੀਆਂ ਜੋੜੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰਸਿੱਖਾਂ ਨੂੰ ਕਹਿਣ ਲੱਗੇ, ਪਠੋ ਸੁਨਹੁ ਤੁਮ ਮਿਲ ਗੁਰਬਾਨੀ। ਮਹਾਰਾਜ ਕਹਿੰਦੇ ਜੇ ਉਧਾਰ ਚਾਹੁੰਦੇ ਹੋ ਨਾ, ਸਾਰੇ ਇਕੱਠੇ ਹੋ ਕੇ ਮਿਲ ਕੇ ਗੁਰਬਾਣੀ ਪੜ੍ਹਿਆ ਕਰੋ। ਕਹਿਣ ਲੱਗੇ, ਗੁਰਬਾਣੀ ਪੜ੍ਹਿਆ ਕਰੋ। ਕਹਿਣ ਲੱਗੇ, ਹਾਂਜੀ, ਆਪਸ ਮਹਿ ਪੁਨ ਕਰਹੁ ਵਿਚਾਰਾ। ਫਿਰ ਆਪਸ ਵਿੱਚ ਗੁਰਬਾਣੀ ਦੀ ਵਿਚਾਰ ਕਰਨੀ। ਮਹਾਰਾਜ ਕਹਿਣ ਲੱਗੇ, ਗੁਰਬਾਣੀ ਦੀ ਵਿਚਾਰ ਕਰਿਆ ਕਰੋ ਆਪਸ ਵਿੱਚ। ਹਾਂਜੀ, ਕਿਆ ਆਛੈ ਗੁਰਦੇਵ ਉਚਾਰਾ। ਆਸ਼ਾ ਕੀ ਹੈ, ਗੁਰਬਾਣੀ ਕਹਿ ਕੀ ਰਹੀ ਹੈ, ਇਸ ਗੱਲ ਦੀ ਵਿਚਾਰ ਕਰਨੀ। ਸੰਗਤ ਜੀ, ਅਸੀਂ ਮਾੜੇ ਬੰਦੇ ਹੈਗੇ ਆ। ਅਬਲ ਤੇ ਗੁਰਬਾਣੀ ਪੜ੍ਹਦੇ ਨਹੀਂ ਜੀ, ਤੇ ਜੇ ਪੜ੍ਹ ਲਈਏ ਤੇ ਗੁਰਬਾਣੀ ਨੂੰ ਵਿਚਾਰਿਆ ਨਹੀਂ ਜਾਂਦਾ ਜੀ। ਮਹਾਰਾਜ ਕਹਿੰਦੇ ਵਿਚਾਰ ਵੀ ਕਰਿਆ ਕਰੋ। ਮਹਾਰਾਜ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ ਬਾਣੀ ਵਿੱਚ? ਹਾਂਜੀ, ਤਿਆਗਨ ਕਹਿਓ ਸੋ ਤਿਆਗ ਕਰੀਜੈ। ਗੁਰਬਾਣੀ ਵਿੱਚ ਬਹੁਤ ਗੱਲਾਂ ਬੰਦੇ ਨੂੰ ਛੱਡਣ ਵਾਸਤੇ ਕਿਹਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਹੁਤ ਗੱਲਾਂ ਛੱਡਣ ਵਾਸਤੇ ਕਹੀਆਂ ਜੀ। ਹਾਂਜੀ, ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਨਾ। ਕਿਹੜੀਆਂ ਗੱਲਾਂ ਛੱਡਣ ਵਾਸਤੇ ਕਹੀਆਂ ਜੀ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਇਹਨਾਂ ਦਾ ਤਿਆਗ ਕਰਨਾ ਜੀ। ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਛੱਡਣ ਵਾਸਤੇ ਕਹੀਆਂ, ਉਹਨਾਂ ਨੂੰ ਛੱਡਣਾ। ਮਹਾਰਾਜ ਕਹਿੰਦੇ ਤੁਸੀਂ। ਹਾਂਜੀ, ਗ੍ਰਹਿਣ ਜੋਗ ਸੋ ਗ੍ਰਹਿਣ ਤਰੀਜੈ। ਤੇ ਜਿਹੜੀਆਂ ਗੱਲਾਂ ਅਪਣਾਉਣ ਵਾਸਤੇ ਕਹੀਆਂ, ਉਹ ਅਪਣਾਇਆ ਕਰੋ ਜੀ। ਹੁਣ ਸੰਗਤ ਜੀ, ਇਸ ਕੰਮ ਵਿੱਚ ਇਮਾਨਦਾਰੀ ਚਾਹੀਦੀ ਹੈ ਜੀ। ਸਾਨੂੰ ਕਿਹੜਾ ਕੋਈ ਵੇਖਣ ਦਿਆ ਜੀ? ਮਾਫ ਕਰਿਓ, ਇਹ ਖੇਡ ਵਿਖਣ 'ਚ ਨਹੀਂ ਨਾ ਆਉਂਦੀ ਜੀ। ਵਿਖਣ 'ਚ ਨਹੀਂ ਆਉਂਦੀ ਜੀ, ਅੰਦਰੇ ਅੰਦਰ ਚੱਲਣੀ ਜੀ। ਕੀ ਛੱਡਤਾ, ਕੀ ਫੜ ਲਿਆ ਜੀ। ਹਾਂਜੀ,
ਪੁਨ ਬੂਜਤ ਭੇ ਕੀਨ ਉਚਾਰਨ। ਉਹ ਸਿੱਖ ਮਹਾਰਾਜ ਨੂੰ ਪੁੱਛਣ ਲੱਗੇ ਅੱਗੋਂ ਜੀ। ਹਾਂਜੀ, ਬਾਣੀ ਪੜਨ ਸੋ ਔਰ ਵਿਚਾਰਨ। ਸੱਚੇ ਪਾਤਸ਼ਾਹ ਆਪ ਜੀ ਨੇ ਕਿਹਾ ਵੀ ਬਾਣੀ ਪੜ੍ਹਿਆ ਕਰੋ ਤੇ ਬਾਣੀ ਵਿਚਾਰਿਆ ਕਰੋ। ਹਾਂਜੀ, ਕੇਤਿਕ ਪੁੰਨ ਦੋਹਨ ਕੋ ਹੋਏ। ਮਹਾਰਾਜ ਗੁਰਬਾਣੀ ਨੂੰ ਪੜ੍ਹਨ ਦਾ ਤੇ ਗੁਰਬਾਣੀ ਨੂੰ ਵਿਚਾਰਨ ਦਾ ਪੁੰਨ ਕੀ ਹੈਗਾ ਮਹਾਰਾਜ? ਲਾਭ ਕੀ ਹੈਗਾ? ਫਾਇਦਾ ਕੀ ਹੈਗਾ ਜੀ? ਹੁਣ ਵੇਖੋ ਨਾ ਜੀ, ਗੁਰਸਿੱਖ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ, ਕੋਈ ਚੌਪਈ ਸਾਹਿਬ ਕਰਦਾ, ਕੋਈ ਸੁਖਮਣੀ ਸਾਹਿਬ ਦਾ ਪਾਠ ਕਰਦਾ, ਕੋਈ ਮੂਲ ਮੰਤਰ ਦਾ ਪਾਠ ਕਰਦਾ। ਮਹਾਰਾਜ ਬਾਣੀ ਪੜ੍ਹਨ ਦਾ ਲਾਭ ਕੀ ਹੈਗਾ? ਵਿਚਾਰਨ ਦਾ ਲਾਭ ਪੁੰਨ ਕੀ ਹੈਗਾ? ਹਾਂਜੀ, ਅਧਿਕ ਦੇਤ ਫਲ ਕਹੀਐ ਸੋਏ। ਮਹਾਰਾਜ ਜ਼ਿਆਦਾ ਕਿਹਦਾ ਫਲ ਹੈਗਾ? ਮਹਾਰਾਜ ਇਹ ਵੀ ਦੱਸੋ ਕਿਰਪਾ ਕਰਕੇ। ਹਾਂਜੀ, ਸੁਨਹਿ ਮਹਾਤਮ ਰਾਵਰ ਮੁਖ ਤੇ। ਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਮੁਖੋਂ ਸੁਣਨਾ ਚਾਹੁੰਦੇ ਆ ਕਿ ਜ਼ਿਆਦਾ ਫਲ ਕਾਹਦਾ ਹੈਗਾ ਮਹਾਰਾਜ? ਹਾਂਜੀ, ਸੋ ਹਮ ਕਰਹਿ ਮਿਲਹਿ ਜਿਸ ਸੁਖ ਤੇ। ਉਹੋ ਹੀ ਅਸੀਂ ਕਰਾਂਗੇ, ਸਾਨੂੰ ਵੀ ਸੁੱਖ ਮਿਲਣੇ। ਵੇਖੋ ਨਾ ਜੀ, ਗੁਰੂ ਅਰਜਨ ਸਾਹਿਬ ਜੀ ਦੇ ਮੁਖੋਂ ਤੇ ਤਤ ਬਚਨ ਹੀ ਨਿਕਲਣਗੇ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰ ਰਸਨਾ ਅੰਮ੍ਰਿਤ ਬੋਲਦੀ, ਤਤ ਬਚਨ ਹੀ ਨਿਕਲਣਗੇ। ਹਾਂਜੀ, ਕਹਿਓ ਗੁਰੂ ਇਨ ਕੋ ਫਲ ਜਾਨੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜੀ। ਹਾਂਜੀ, ਸੁਨ ਕੀਜਹਿ ਸ਼ਰਧਾ ਉਰਠਾਨੋ। ਮਹਾਰਾਜ ਕਹਿਣ ਲੱਗੇ ਫਿਰ ਸੁਣੋ ਤੇ ਜੋ ਕਹਿੰਦੇ ਉਵੇਂ ਕਰਿਓ ਤੇ ਸ਼ਰਧਾ ਰੱਖਿਓ। ਮਹਾਰਾਜ ਕਹਿਣ ਲੱਗੇ ਗੱਲ ਤੇ ਸ਼ਰਧਾ ਤੇ ਨਿਬੜਦੀ ਹੈ ਆ ਕੇ ਜੀ। ਹਾਂਜੀ, ਜੋ ਗੁਰਬਾਣੀ ਪਾਠ ਕਰੰਤਾ। ਹਾਂਜੀ, ਮਹਾ ਪਾਪ ਕੋ ਹੋਵਤ ਹੰਤਾ। ਸਭ ਤੋਂ ਪਹਿਲਾਂ ਜਿਹੜਾ ਸਿੱਖ ਬਾਣੀ ਦਾ ਪਾਠ ਕਰਦਾ ਜੀ, ਆਖੋ ਵਾਹਿਗੁਰੂ। ਹੁਣ ਮਹਾਰਾਜ ਕਹਿੰਦੇ ਸ਼ਰਧਾ ਵੀ ਰੱਖਣੀ ਹੈ ਨਾਲ ਦੀ। ਹਾਂਜੀ, ਸੁਣਦਿਆਂ ਗੱਲ ਤੇ ਭਰੋਸਾ ਨਹੀਂ ਹੈਗਾ ਜੀ, ਫਾਇਦਾ ਤਾਂ ਨਹੀਂ ਨਾ ਹੋਇਆ ਜੀ। ਫਿਰ ਜਿਹੜਾ ਸਿੱਖ ਗੁਰਬਾਣੀ ਦਾ ਪਾਠ ਕਰਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲੀ ਇਹ ਗੱਲ ਹੈ, ਉਹਦੇ ਪਾਪ ਮੁੱਕਦੇ ਨੇ ਜੀ। ਪਾਪ ਮੁੱਕਦੇ ਹੈ। ਹੁਣ ਇਸ ਗੱਲ ਤੇ ਬਹੁਤ ਲੰਬੀ ਵਿਆਖਿਆ ਹੋ ਸਕਦੀ ਹੈ ਜੀ, ਮੈਂ ਟੂਕ ਮਾਤਰ ਬੇਨਤੀ ਕਰ ਦਿੰਦਾ। ਮਹਾਰਾਜ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਪਾਪ ਦੂਰ ਹੁੰਦੇ ਆ ਜੀ, ਬੰਦਾ ਹੌਲਾ ਹੁੰਦਾ ਹੈ ਜੀ। ਬੜੇ ਬੜੇ ਮਾੜੇ ਕੰਮ ਬੰਦਾ ਕਰ ਬੈਠਦਾ ਹੈ, ਭੁੱਲਣ ਆ ਰਿਹਾ ਨਾ ਜੀ। ਜੇ ਬਾਣੀ ਪ੍ਰੇਮ ਨਾਲ ਪੜ੍ਹੇ, ਉਹਨਾਂ ਕਰਮਾਂ ਦਾ ਫਲ ਕੱਟਿਆ ਜਾਂਦਾ ਹੈ ਜੀ। ਇਹ ਇਕੱਲਾ ਪਾਠ ਕਰਨ ਦਾ ਫਾਇਦਾ ਹੈਗਾ ਜੀ। ਪਾਠ ਕਰਨ ਦਾ ਜੀ ਕੀ ਹੁੰਦਾ ਜੀ? ਪਾਪ ਕੱਟੇ ਜਾਂਦੇ ਆ ਜੀ। ਹਾਂਜੀ, ਅੰਤਹ ਕਰਨ ਬਿਮਲ ਨਿਤ ਕਰੈ। ਫਿਰ ਜਿੱਥੇ ਪਾਪ ਕੱਟੇ ਜਾਂਦੇ ਆ ਨਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉੱਥੇ ਹਰ ਰੋਜ਼ ਬੰਦੇ ਦਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਜੀ। ਪਰ ਇਹ ਸਾਰਾ ਕੰਮ ਤਾਂ ਹੋਣਾ ਜੇ ਸ਼ਰਧਾ ਨਾਲ ਬਾਣੀ ਪੜ੍ਹੇਗਾ, ਪ੍ਰੇਮ ਨਾਲ ਬਾਣੀ ਪੜ੍ਹੇਗਾ। ਹਾਂਜੀ, ਪ੍ਰੀਤ ਸਹਿਤ ਨਿਤ ਪ੍ਰਤ ਜੋ ਰਰੈ। ਗੱਜ ਕੇ ਆਖੋ ਵਾਹਿਗੁਰੂ। ਪ੍ਰੀਤ ਸਹਿਤ, ਪ੍ਰੇਮ ਸਾਹਿਤ ਪੜ੍ਹੇਗਾ। ਮਹਾਰਾਜ ਕਹਿਣ ਲੱਗੇ ਹੁਣ ਜਪਜੀ ਸਾਹਿਬ ਕਰ ਰਿਹਾ, ਪ੍ਰੇਮ ਹੈਗਾ ਹੀ ਨਹੀਂ ਜੀ ਅੰਦਰ ਜੀ। ਹਾਂਜੀ, ਰਹਿਰਾਸ ਸਾਹਿਬ ਕੀਤੀ ਹੈ, ਕੋਈ ਪ੍ਰੇਮ ਨਹੀਂ ਹੈਗਾ ਜੀ। ਤੇ ਫਿਰ ਪਾਪ ਥੋੜੀ ਦੂਰ ਹੋਣੇ ਜੀ, ਫਿਰ ਨਹੀਂ ਹੋਣੇ ਜੀ। ਗੱਲ ਤੇ ਮੁੱਕਦੀ ਪ੍ਰੇਮ ਨਾਲ ਹੈ ਜੀ। ਇੰਨੇ ਪ੍ਰੇਮ ਨਾਲ ਬਾਣੀ ਪੜ੍ਹੇ, ਬਾਣੀ ਦਾ ਰੂਪ ਹੋ ਜਾਵੇ, ਮਹਾਰਾਜ ਕਹਿੰਦੇ ਉਦੋਂ ਪਾਪ ਦੂਰ ਹੁੰਦੇ ਬੰਦੇ ਦੇ ਜੀ, ਮਾੜੇ ਕਰਮ ਕੱਟੇ ਜਾਂਦੇ ਜੀ। ਹਾਂਜੀ, ਕਰਹਿ ਕੰਠ ਪਠ ਅੰਮ੍ਰਿਤ ਵੇਲੇ। ਹੋਰ ਲਾਭ ਸੁਣ ਲਓ। ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ, ਹੋ ਸਕੇ ਤੇ ਗੁਰਬਾਣੀ ਨੂੰ ਕੰਠ ਕਰੇ ਜੀ। ਤੁਸੀਂ ਜਿੰਨੇ ਬੈਠੇ ਰੋਜ਼ ਸੰਗਤ ਕਰਨ ਵਾਲੇ ਬੈਠੇ ਹੋ, ਤੁਹਾਡੇ ਵਿੱਚੋਂ ਬਹੁਤਿਆਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੋਏਗਾ ਜੀ। ਹਾਂਜੀ, ਕੰਠ ਹੋਏਗਾ ਜੀ, ਬੜੀ ਚੰਗੀ ਗੱਲ ਹੈ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਕੰਠ ਕਰੇ ਜੀ, ਰੁਚੀ ਰੱਖੇ ਮੈਂ ਬਾਣੀ ਕੰਠ ਕਰਨੀ ਹੈ। ਇੱਕ ਤੇ ਕੰਠ ਕਰਕੇ
ਅੰਮ੍ਰਿਤ ਵੇਲੇ ਪੜੇ ਮਹਾਰਾਜ ਕਹਿੰਦੇ, ਐ ਚੌਂਕੜਾ ਮਾਰ ਕੇ ਪ੍ਰੇਮ ਨਾਲ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇ। ਹਾਂਜੀ, ਇੱਕ ਚਿੱਤ ਹਵੈ ਕਰ ਮਨ ਕੋ ਮੇਲੇ। ਮਨ ਨੂੰ ਤੇ ਚਿੱਤ ਨੂੰ ਇੱਕ ਮੇਲ ਵਿੱਚ ਮਿਲੇ, ਮਹਾਰਾਜ ਕਹਿਣ ਲੱਗੇ ਇੱਕ ਮੇਲ ਵਿੱਚ ਮਿਲਣੇ ਚਾਹੀਦੇ ਆ। ਹਾਂਜੀ, ਮਨ ਕੀਤੇ ਆ, ਧਿਆਨ ਕੀਤੇ ਆ, ਬਾਣੀ ਕੀਤੇ ਆ, ਕੋਈ ਗੱਲ ਨਹੀਂ ਬਣਦੀ। ਇਹ ਤਾਂ ਐਸੀ ਸਾਧਨਾ ਹੈ, 5 ਵਾਰੀ ਕਿਤੇ ਮਨ ਮਿਲੇ ਤੇ ਵਾਹਿਗੁਰੂ ਆਖੀਏ ਤੇ ਉਹਦਾ ਹੀ ਰਸ ਨਹੀਂ ਮੁੱਕਦਾ ਜੀ। 5 ਵਾਰੀ ਵਾਹਿਗੁਰੂ ਕਹਿਣ ਦਾ ਜੀ। ਹਾਂਜੀ, ਅਧਿਕ ਪੁੰਨ ਉਪਜਹਿ ਸੁਖ ਪਾਵੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰੇਮ ਨਾਲ ਬੈਠ ਕੇ ਜਿਹੜਾ ਬਾਣੀ ਪੜ੍ਹੇਗਾ ਬੜੇ ਪੁੰਨ ਪੈਦਾ ਹੋਣਗੇ, ਮਹਾਰਾਜ ਕਹਿੰਦੇ ਉਹਦੇ। ਗੱਜ ਕੇ ਆਖੋ ਵਾਹਿਗੁਰੂ। ਬੜੇ ਪੁੰਨ ਪੈਦਾ ਹੋਣਗੇ, ਸੁੱਖ ਵੀ ਮਿਲੇਗਾ ਉਹਨੂੰ, ਮਹਾਰਾਜ ਕਹਿਣ ਲੱਗੇ। ਹਾਂਜੀ, ਪਠੇ ਸੁਨਹਿ ਨਰ ਬ੍ਰਿੰਦ ਸੁਨਾਵੈ। ਪੜ੍ਹੇ ਸੁਣੇ ਤੇ ਹੋਰਨਾਂ ਨੂੰ ਵੀ ਸੁਣਾਵੇ, ਮਹਾਰਾਜ ਕਹਿੰਦੇ। ਫਿਰ ਹਾਂਜੀ, ਵੇਖੋ ਹਜੂਰ ਸਾਹਿਬ ਇੱਕ ਮਾਈ ਸੀਗੀ ਜੀ, ਪੁਰਾਣੀ ਗੱਲ ਹੈ ਜੀ, ਉਹ ਬਾਣੀ ਨਹੀਂ ਸੀ ਪੜ੍ਹ ਸਕਦੀ ਜੀ। ਉਹਨੇ ਰੋਜ਼ ਇੱਕ ਬੰਦੇ ਦੀ ਡਿਊਟੀ ਲਾਈ ਹੁੰਦੀ ਸੀ। ਉਦੋਂ ਆ ਫੋਨਾਂ ਵਿੱਚ ਵੀ ਨਹੀਂ ਸੀ ਹੁੰਦਾ ਜੀ ਸਿਸਟਮ। ਮੈਨੂੰ ਉੱਥੋਂ ਦੇ ਗੁਰਮੁਖ ਪਿਆਰੇ ਦੱਸ ਰਹੇ ਸੀ, ਕਹਿਣ ਲੱਗੇ ਉਹਨੇ ਡਿਊਟੀ ਲਾਈ ਹੁੰਦੀ ਸੀ ਇੱਕ ਸਿੰਘ ਦੀ। 1 ਮਹੀਨਾ ਰੋਜ਼ ਉਹਨੇ ਸਵੇਰੇ ਜਪਜੀ ਸਾਹਿਬ ਦਾ ਪਾਠ ਮਾਤਾ ਨੂੰ ਸੁਣਾਉਣਾ, ਮਾਤਾ ਨੇ ਇਸ਼ਨਾਨ ਕਰਕੇ ਸੁਣਨਾ, ਤੇ ਹਰ ਮਹੀਨੇ ਬਾਅਦ ਉਹਨੂੰ 100 ਰੁਪਈਆ ਦੇਣਾ ਜੀ। ਉਸ ਸਮੇਂ 100 ਰੁਪਈਆ ਕੀਮਤ ਰੱਖਦਾ ਸੀਗਾ ਜੀ। ਮਹਾਰਾਜ ਕਹਿਣ ਲੱਗੇ ਪੜ੍ਹੇ ਸੁਣੇ ਤੇ ਜਿਹਨੂੰ ਨਹੀਂ ਆਉਂਦੀ ਉਹਨੂੰ ਸੁਣਾ ਵੀ ਦਿਆ ਕਰੇ, ਕਹਿਣ ਲੱਗੇ। ਹਾਂਜੀ, ਕਿਸੇ ਨੂੰ ਬਾਣੀ ਸੁਣਾਵਾਂਗੇ ਸਾਡਾ ਵੀ ਭਲਾ ਉਹਦਾ ਵੀ ਭਲਾ ਜੀ। ਤੇ ਇਮਾਨਦਾਰੀ ਨਾਲ ਸੱਚ 'ਚ ਕਦੇ ਕਿਸੇ ਵਿਰਲੇ ਭਾਗਾਂ ਵਾਲੇ ਨੇ ਕਿਹਾ ਹੋਏਗਾ, ਮਾਂ ਪਿਤਾ ਭਰਾ ਮੇਰੇ ਲਾਗੇ ਬਹਿ, ਮੈਂ ਤੈਨੂੰ ਚੌਪਈ ਸਾਹਿਬ ਦਾ ਪਾਠ ਸੁਣਾਉਣਾ। ਨਾ ਸੁਣਨ ਵਾਲੇ ਨਾ ਸੁਣਾਉਣ ਵਾਲੇ ਜੀ। ਹਾਂਜੀ, ਧਰਹਿ ਸੋ ਕਾਮਨ ਪੂਰਨ ਸੋਏ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਐਸਾ ਕਰੇਗਾ ਨਾ, ਕਾਮਨਾ ਰੱਖ ਕੇ ਵੇਖੋ ਉਹਦੀਆਂ ਸਭ ਕਾਮਨਾਵਾਂ ਪੂਰੀਆਂ ਹੋਣਗੀਆਂ ਜੀ। ਹਾਂਜੀ, ਜੋ ਨਿਸ਼ਕਾਮ ਹਿਰਦਾ ਸ਼ੁੱਧ ਹੋਏ। ਪਰ ਧਿਆਨ ਰੱਖਿਓ ਹੋਵੇ ਨਿਸ਼ਕਾਮ ਤੇ ਹਿਰਦਾ ਸ਼ੁੱਧ ਹੋਵੇ, ਕਹਿਣ ਲੱਗੇ। ਮਨ ਨਹੀਂ ਟਿਕਦਾ, ਬਾਣੀ ਪੜ੍ਹਨ ਲੱਗਿਆ ਜੀ ਕੋਈ ਨਾ ਕੋਈ ਫੁਰਨਾ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ, ਮਨ ਟਿਕਣ ਦਾ ਨਾਮ ਹੀ ਨਹੀਂ ਲੈਂਦਾ ਜੀ। ਗੁਰਬਾਣੀ ਪਾਪ ਦੂਰ ਕਰਦੀ ਹੈ। ਮਹਾਰਾਜ ਕਹਿੰਦੇ ਗੁਰਬਾਣੀ ਮਨ ਸ਼ੁੱਧ ਕਰਦੀ ਹੈ। ਐਸੀ ਕੋਈ ਗੱਲ ਨਹੀਂ ਹੋਏਗੀ ਜਿਹੜੀ ਗੁਰਬਾਣੀ ਪੜ੍ਹ ਕੇ ਪੂਰੀ ਨਹੀਂ ਹੋਏਗੀ ਤੁਹਾਡੀ ਜੀ। ਹਾਂਜੀ, ਜੇ ਗੁਰਬਾਣੀ ਰਹਿ ਵਿਚਾਰਤ। ਹੁਣ ਅਗਲੀ ਗੱਲ ਸੁਣੋ, ਇਹ ਤੇ ਸੀ ਪਾਠ ਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਕਿਹਾ ਸੀ ਗੁਰਬਾਣੀ ਵਿਚਾਰਨੀ ਵੀ ਹੈ। ਮਹਾਰਾਜ ਕਹਿੰਦੇ ਹੁਣ ਗੁਰਬਾਣੀ ਪੜ੍ਹ ਕੇ ਸਾਰੀ ਦਿਹਾੜੀ ਕਿਸੇ ਨਾ ਕਿਸੇ ਪੰਕਤੀ ਦੀ ਵਿਚਾਰ ਕਰਦੇ ਰਹਿਣਾ ਜੀ, ਵਿਚਾਰ ਕਰਦੇ ਰਹਿਣਾ। ਹਾਂਜੀ, ਮੰਨ ਲਓ ਸੁਖਮਨੀ ਸਾਹਿਬ ਦਾ ਪਾਠ ਕੀਤਾ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਬੜੀ ਸੁਖੈਨ ਪੰਕਤੀ ਹੈ। ਸਾਰੀ ਦਿਹਾੜੀ ਬੰਦਾ ਇਹਦੀ ਵਿਚਾਰ ਕਰੇ ਜੀ, ਵੀ ਮਹਾਰਾਜ ਕਹਿੰਦੇ ਆ ਵੀ ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਤੂੰ ਉਹਨੂੰ ਕਿਉਂ ਭੁੱਲਦਾ। ਹਾਂਜੀ, ਤੇ ਫਿਰ ਸਭ ਕੁਝ ਵਿੱਚ ਚੇਤਾ ਕਰੋ ਵੀ ਕੀ ਕੀ ਦਿੱਤਾ ਜੀ। ਸਰੀਰ ਦਿੱਤਾ, ਘਰ ਦਿੱਤਾ, ਗੱਡੀ ਦਿੱਤੀ, ਇੱਜ਼ਤ ਦਿੱਤੀ, ਮਾਣ ਦਿੱਤਾ, ਪੈਸਾ ਦਿੱਤਾ, ਛਕਣ ਨੂੰ ਪਦਾਰਥ ਦਿੱਤੇ, ਕਿੰਨਾ ਕੁਝ ਵਾਹਿਗੁਰੂ ਨੇ ਦਿੱਤਾ। ਮਤਲਬ ਇਹੋ ਜਿਹੀ ਵਿਚਾਰ ਆਪਣੇ ਮਨ 'ਚ ਕਰਦੇ ਹੀ ਰਹਿਣਾ ਚਾਹੀਦਾ, ਕਰਦੇ ਹੀ ਰਹਿਣਾ ਚਾਹੀਦਾ ਜੀ। ਤੇ ਫਿਰ ਸੋਚਣਾ ਚਾਹੀਦਾ ਹੈ ਵਾਹਿਗੁਰੂ ਨੇ ਮੈਨੂੰ ਇੰਨਾ ਕੁਝ ਦਿੱਤਾ, ਕਿੰਨੇ ਘੰਟੇ ਮੈਂ ਬੰਦਗੀ ਚਲਾਉਣਾ ਹੈ, ਕਿੰਨੇ ਪਾਠ ਮੈਂ ਕਰ ਰਿਹਾ, ਕਿੰਨਾ ਮੈਂ ਉਹਨੂੰ ਯਾਦ ਕਰ ਰਿਹਾ। ਹਾਂਜੀ, ਬਾਂਸ਼ਾ ਜਸ ਆਦਿਕ ਨਹਿ ਧਾਰਤ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਗੁਰਬਾਣੀ ਦੀ ਵਿਚਾਰ ਕਰੇ ਤੇ ਜਸ ਦੀ ਇੱਛਾ ਨਾ ਰੱਖੇ ਵੀ ਮੇਰੀ ਸੋਭਾ ਹੋਵੇ ਜੀ। ਇਹ ਵੀ ਬੜੀ ਚੀਜ਼ ਹੈਗੀ ਜੀ, ਮੇਰੀ ਸੋਭਾ ਹੋਣੀ ਚਾਹੀਦੀ ਹੈ। ਹਰ ਇੱਕ ਬੰਦਾ ਨਾ ਜੀ, ਮੈਂ ਨਿੱਕੇ ਨਿੱਕੇ ਜਿਹੇ ਵੇਖਦਾ, ਚਾਹੁੰਦੇ ਸਾਡਾ ਪ੍ਰਤਾਪ ਵਧੇ ਜੀ। ਸਾਡਾ ਪ੍ਰਤਾਪ ਵਧੇ, ਸਾਡਾ ਤੇਜ ਪ੍ਰਤਾਪ ਵਧੇ ਜੀ। ਹਾਂਜੀ,
ਮਹਾਰਾਜ ਕਹਿੰਦੇ ਇਹ ਇੱਛਾ ਨਾ ਮਨ ਚ ਲੈ ਕੇ ਆਵੇ। ਹਾਂਜੀ, ਕੇਵਲ ਚਾਹੈ ਹਿਰਦੈ ਕਲਿਆਣ। ਫਿਰ ਚਾਹਵੇ ਕਿ ਬਾਣੀ ਦੀ ਵਿਚਾਰ ਕਰੇ ਤੇ ਮਨ ਚ ਇਹੋ ਹੀ ਗੱਲ ਰੱਖੇ ਵੀ ਮੇਰਾ ਭਲਾ ਹੋ ਜਾਵੇ ਕਿਸੇ ਤਰੀਕੇ ਨਾਲ। ਇਹ ਚੱਕਰ ਛੁੱਟੇ, ਜੂਨਾਂ ਦਾ ਚੱਕਰ ਛੁੱਟੇ, ਮੇਰਾ ਭਲਾ ਹੋ ਜਾਵੇ ਕਿਸੇ ਤਰੀਕੇ ਨਾਲ। ਹਾਂਜੀ, ਤਿੰਨ ਪੁਰਖਨ ਹੋਏ ਪ੍ਰਾਪਤ ਗਿਆਨ। ਬਾਣੀ ਨੂੰ ਵਿਚਾਰੇ, ਉਹਦੇ ਅਨੁਸਾਰ ਚੱਲੇ, ਭਲਾ ਮੰਗੇ। ਮਹਾਰਾਜ ਕਹਿੰਦੇ ਬਾਣੀ ਦੀ ਵਿਚਾਰ ਬੰਦੇ ਨੂੰ ਮੁਕਤੀ ਦੇ ਦਿੰਦੀ ਹੈ, ਕਲਿਆਣ ਹੋ ਜਾਏਗੀ ਐਸੇ ਪੁਰਸ਼ ਦੀ। ਹਾਂਜੀ, ਜਿਮ ਕਾਸ਼ਟ ਮਹਿ ਪਾਵਕ ਰਹੈ। ਜਿਵੇਂ ਲੱਕੜ ਦੇ ਵਿੱਚ ਅੱਗ ਰਹਿੰਦੀ ਹੈ ਜੀ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਲੱਕੜ ਦੇ ਵਿੱਚ ਅੱਗ ਰਹਿੰਦੀ ਹੈ ਜੀ। ਹਾਂਜੀ, ਬਿਨਾ ਜਤਨ ਤੇ ਨਰ ਨਹਿ ਰਹੈ। ਪਰ ਉਹ ਅੱਗ ਪ੍ਰਗਟ ਕਰਨ ਲਈ ਯਤਨ ਤੇ ਕਰਨਾ ਪੈਣਾ ਜੀ। ਅੱਗ ਬਾਹਰੋਂ ਲਾਉਣੀ ਪੈਣੀ ਜੀ, ਫੇਰ ਹੀ ਵਿਚਲੀ ਅੱਗ ਪ੍ਰਗਟ ਹੋਏਗੀ ਨਾ ਜੀ। ਹੁਣ ਕਿੰਨਾ ਕੁਝ ਲੱਕੜ ਦਾ ਪਿਆ ਜੀ ਇੱਥੇ, ਸਾਰਿਆਂ 'ਚ ਅੱਗ ਹੈ, ਪਰ ਅੱਗ ਤਾਂ ਪ੍ਰਗਟ ਹੋਏਗੀ ਕੋਈ ਯਤਨ ਕਰਨਾ ਪਏਗਾ, ਮਹਾਰਾਜ ਕਹਿੰਦੇ। ਹਾਂਜੀ, ਕਰ ਉਪਾਉ ਜੇ ਲੇਤ ਨਿਕਾਸ। ਜਿਹੜਾ ਉਪਾਅ ਕਰਦਾ ਉਹ ਅੱਗ ਕੱਢ ਲੈਂਦਾ, ਮਹਾਰਾਜ ਕਹਿੰਦੇ। ਹਾਂਜੀ, ਕਾਰਜ ਕਰਹਿ ਸੰਪੂਰਨ ਰਾਸ। ਉਹਦੇ ਤੋਂ ਕਈ ਕੁਝ ਬਣਾ ਲੈਂਦਾ, ਕਈ ਕੰਮ ਉਹਦੇ ਪੂਰੇ ਹੋ ਜਾਂਦੇ ਜੀ। ਹਾਂਜੀ, ਅਗਨ ਰੂਪ ਕਾਸ਼ਟ ਹੋਏ ਜਾਏ। ਹਾਂਜੀ, ਤੇਜ ਪ੍ਰਕਾਸ਼ ਸਕਲ ਹੀ ਪਾਏ। ਲੱਕੜ ਅੱਗ ਦਾ ਹੀ ਰੂਪ ਹੋ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਸਾਰੀ ਹੀ ਮਹਾਰਾਜ ਕਹਿੰਦੇ ਐ ਤੇਜ ਕੱਢਦੀ ਅਗਨੀ ਵਿੱਚੋਂ ਨਿਕਲਦੀ ਆ, ਉਹਦੇ ਸਾਰੀ ਲੱਕੜ ਅੱਗ ਦਾ ਰੂਪ ਹੋ ਜਾਂਦੀ ਜੀ। ਹਾਂਜੀ, ਤਥਾ ਵਿਚਾਰਤ ਜੇ ਗੁਰਬਾਣੀ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਹੈ, ਕਸ਼ਟ ਕਰਨਾ ਪੈਂਦਾ, ਖੇਚਲ ਕਰਨੀ ਪੈਂਦੀ ਹੈ, ਅੰਦਰ ਹੀ ਸਭ ਕੁਝ ਹੈਗਾ ਹੈ। ਗੁਰਬਾਣੀ ਦੀ ਵਿਚਾਰ ਅੰਦਰੇ ਅੰਦਰ ਕਰਨੀ, ਮਹਾਰਾਜ ਕਹਿੰਦੇ। ਹੁਣ ਮੈਨੂੰ ਮਾਫ ਕਰਿਓ, ਮੇਰੇ ਵਰਗੇ ਦੀ ਡਿਊਟੀ ਹੈਗੀ 1 ਘੰਟਾ ਜੀ ਤੁਹਾਨੂੰ ਸੁਣਾਉਣ ਦੀ। ਮੈਨੂੰ ਪਤਾ ਇਹ ਕਰਾਂਗੇ ਤੇ ਸਾਡਾ ਗੁਜ਼ਾਰਾ ਚੱਲਣਾ ਜੀ, ਸੁਣਾਉਣ ਵਾਸਤੇ ਵਿਚਾਰ ਕਰਦੇ ਜੀ। ਪਰ ਬੰਦਾ ਮਨ 'ਚ ਸੋਚਦਾ ਰਹੇ ਜੀ। ਮੈਂ ਇੱਕ ਗੁਰਮੁਖਾਂ ਦੇ ਕੋਲ ਬੈਠਾ, ਉਹ ਗੁਰਮੁਖ ਕਹਿੰਦੇ ਵਿਸ਼ਾਲ ਸਿੰਘ ਟੀਚਰ ਜਿਹੜੀ 8 ਘੰਟੇ ਲਾਉਂਦੀ ਹੈ, ਵਕੀਲ ਵੀ ਮਿਹਨਤ ਕਰਦਾ ਹੈ, ਦੁਕਾਨਦਾਰ ਸਾਰੀ ਦਿਹਾੜੀ ਪੈਂਦਾ, ਉਹਨੂੰ ਰੋਟੀ ਮਿਲਦੀ ਹੈ, ਸਾਨੂੰ ਕਿੰਨਾ ਕੁਝ ਵਧੀਆ ਮਿਲਦਾ ਹੈ। ਵਿਚਾਰ ਕਰਨੀ ਚਾਹੀਦੀ, ਅਸੀਂ ਬਾਣੀ ਕਿੰਨੀ ਪੜ੍ਹਦੇ ਹਾਂ, ਅਸੀਂ ਭਜਨ ਕਿੰਨਾ ਕਰਦੇ ਹਾਂ। ਕਹਿੰਦੇ ਸਾਰੀ ਦਿਹਾੜੀ ਇਹੋ ਜਿਹੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਤੇ ਸੋਚ ਸੋਚ ਕੇ ਫਿਰ ਉਸ ਪਾਸੇ ਲੱਗਣਾ ਚਾਹੀਦਾ। ਕਹਿਣ ਲੱਗੇ ਮਹਾਰਾਜ ਕਹਿੰਦੇ ਕੋਈ ਖੇਚਲ ਤੇ ਕਰੇ, ਬੰਦਾ ਬੈਠੇ ਟਿਕੇ ਵਿਚਾਰੇ। ਹਾਂਜੀ, ਤਨ ਅਭਿਮਾਨ ਹੋਏ ਤਬ ਹਾਨੀ। ਜਦੋਂ ਵਿਚਾਰੇਗਾ ਹੌਲੀ ਹੌਲੀ ਮਾਣ ਦੂਰ ਹੋਏਗਾ ਬੰਦੇ ਦਾ ਜੀ, ਸਰੀਰ ਦਾ ਮਾਣ ਵੀ ਦੂਰ ਹੋ ਜਾਏਗਾ ਹੌਲੀ ਹੌਲੀ ਜੀ। ਹਾਂਜੀ, ਨਿਜ ਸਰੂਪ ਕੋ ਖੋਜਨ ਲਾਗੇ। ਤੇ ਗੁਰਬਾਣੀ ਨੂੰ ਵਿਚਾਰਦਿਆਂ ਵਿਚਾਰਦਿਆਂ, ਕਿਉਂ ਗੁਰਬਾਣੀ 'ਚ ਗੱਪਾਂ ਨਹੀਂ, ਗੁਰਬਾਣੀ 'ਚ ਬਾਹਰ ਦੀਆਂ ਗੱਲਾਂ ਨਹੀਂ ਹੈਗੀਆਂ, ਅੰਦਰ ਦੀਆਂ ਗੱਲਾਂ ਹੈਗੀਆਂ ਜੀ। ਫਿਰ ਨਿੱਜੀ ਸਰੂਪ ਦੀ ਵਿਚਾਰ ਕਰੇਗਾ ਬੰਦਾ ਜੀ, ਅੰਤਰਾਤਮੇ ਨੂੰ ਜਾਏਗਾ, ਮਹਾਰਾਜ ਕਹਿੰਦੇ। ਹੁਣ ਅਸੀਂ ਵੇਖ ਲਈਏ ਅਸੀਂ ਕਿੰਨੀ ਕੁ ਵਿਚਾਰ ਕਰਦੇ ਹਾਂ, ਕਿੰਨਾ ਕੁ ਅੰਤਰਾਤਮੇ ਨੂੰ ਜਾਂਦੇ ਹਾਂ। ਹਾਂਜੀ, ਸਨੈ ਸਨੇ ਪ੍ਰਾਪਤ ਬੜ ਭਾਗੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਫਿਰ ਅੰਦਰ ਆਤਮੇ ਬੰਦਾ ਵਿਚਾਰ ਕਰਦਾ, ਆਪਣੀ ਖੋਜ ਕਰਦਾ ਤੇ ਹੌਲੀ ਹੌਲੀ ਵੱਡੇ ਭਾਗਾਂ ਵਾਲਾ ਹੋਈ ਜਾਂਦਾ, ਨਾਮ ਜਪੀ ਜਾਂਦਾ। ਚੇਤਾ ਰੱਖਿਓ, ਜਿੰਨਾ ਚਿਰ ਤੱਕ ਬੰਦਾ ਆਪ ਨਹੀਂ ਨਾ ਸੋਚਦਾ ਵੀ ਮੈਂ ਕੀ ਆ, ਮੈਂ ਕੀ ਕਰ ਰਿਹਾ, ਮੈਂ ਗਲਤ ਕਰ ਰਿਹਾ, ਮੈਂ ਸਹੀ ਕਰ ਰਿਹਾ, ਬਾਹਰੋਂ ਜਿੰਨਾ ਮਰਜ਼ੀ ਸਮਝਾਈ ਜਾਓ ਅਸਰ ਨਹੀਂ ਪੈਂਦਾ ਜੀ। ਅੰਦਰੋਂ ਸੋਚਣਾ ਪੈਂਦਾ ਜੀ, ਆਪ ਲੱਗਣਾ ਪੈਂਦਾ ਇਸ ਮਾਰਗ ਤੇ ਜੀ। ਮਹਾਰਾਜ ਕਹਿੰਦੇ ਫਿਰ ਸੋਚਦਾ ਸੋਚਦਾ ਵੱਡਿਆਂ ਭਾਗਾਂ ਵਾਲਾ ਬਣਦਾ ਬੰਦਾ ਜੀ। ਆਤਮ ਗਿਆਨ ਪਾਏ ਬ੍ਰਹਮ ਹੋਏ। ਫਿਰ ਬ੍ਰਹਮ ਰੂਪ ਹੁੰਦਾ, ਮਹਾਰਾਜ ਕਹਿੰਦੇ। ਲੱਗੇ ਸਹੀ, ਚੇਟਕ ਨਹੀਂ ਨਾ ਲੱਗਦੀ ਸਾਧ ਸੰਗਤ ਜੀ, ਸਾਨੂੰ ਚੇਟਕ ਨਹੀਂ ਲੱਗਦੀ, ਮੈਂ ਆਪਣੀ ਗੱਲ ਕਰਦਾ, ਚੇਟਕ ਨਹੀਂ ਲੱਗਦੀ ਜੀ। ਹਾਂਜੀ, ਹਿਰਦੈ ਬਿਨਾਸ਼ੀ ਦੁਬਿਧਾ ਦੋਏ। ਫਿਰ ਮਹਾਰਾਜ ਕਹਿੰਦੇ ਦੁਐਤ ਦੁਬਿਧਾ ਵੀ ਦੂਰ ਹੋ ਜਾਣੀ ਅੰਦਰੋਂ। ਹਾਂਜੀ, ਤਨ ਹੰਤਾ ਬਿਨਸੀ ਜਿਸ ਕਾਲ। ਜਿਸ ਸਮੇਂ ਸਰੀਰ ਦੀ ਹੰਤਾ ਦਾ ਨਾਸ ਹੋ ਗਿਆ। ਹਾਂਜੀ, ਅਹੰ ਬ੍ਰਹਮ ਹਵੈ ਭਏ ਨਿਹਾਲ। ਬੰਦੇ ਦਾ ਸਰੀਰ ਤੋਂ ਮੋਹ ਟੁੱਟ ਗਿਆ, ਆਤਮਿਕ ਪੱਧਰ ਤੇ ਗਿਆ,
ਫਿਰ ਪਤਾ ਲੱਗਣਾ ਮੈਂ ਸਰੀਰ ਨਹੀਂ ਹੈ, ਮੈਂ ਰੱਬ ਦਾ ਰੂਪ ਹੈਗਾ। ਕੱਚ ਕੇ ਆਖੋ ਵਾਹਿਗੁਰੂ। ਪਰ ਸੰਗਤ ਜੀ ਓਨਾ ਚਿਰ ਤੱਕ ਨਹੀਂ ਤੇ ਇਹ ਗੱਲ ਬਣਦੀ ਜਿੰਨਾ ਚਿਰ ਤੱਕ ਬੰਦਾ ਟਿਕੇ ਨਾ। ਮਹਾਰਾਜ ਕਹਿੰਦੇ ਬੰਦਾ ਵਿਚਾਰੇ ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਹਾਂ। ਹੁਣ ਇਹਦੇ ਵਾਸਤੇ ਪਹਿਲਾਂ ਸਰੀਰ ਟਿਕਾਉਣਾ ਪਏਗਾ, ਟਿਕੇਗਾ, ਫਿਰ ਅੰਤਰਾਤਮੇ ਦਰਸ਼ਨ ਹੋਣਗੇ ਬੰਦੇ ਨੂੰ ਜੀ, ਫਿਰ ਗੱਲ ਬਣਨੀ ਹੈ। ਹਾਂਜੀ, ਜਾਂ ਤੇ ਤੁਮ ਸਤ ਸੰਗਤ ਕਰਕੇ। ਇਹ ਸਾਰਾ ਕੁਝ ਮਹਾਰਾਜ ਕਹਿੰਦੇ ਪ੍ਰਾਪਤ ਕਰਨ ਲਈ ਪਹਿਲਾਂ ਸੰਗਤ ਕਰੋ ਕਹਿਣ ਲੱਗੇ। ਘਰ ਬੈਠਿਆਂ ਗੱਲ ਨਹੀਂ ਬਣਨੀ ਜੀ। ਹਾਂਜੀ, ਗੁਰਬਾਣੀ ਪੜ ਹਿਰਦੈ ਵਿਚਾਰ ਕੈ। ਪਹਿਲਾਂ ਤੇ ਗੁਰਬਾਣੀ ਨੂੰ ਪੜ੍ਹਨਾ ਮਹਾਰਾਜ ਕਹਿੰਦੇ, ਪੜ੍ਹਨਾ। ਚੇਤਾ ਰੱਖਿਓ, ਜਿਨੇ ਗੁਰਬਾਣੀ ਦਾ ਜਾਪ ਨਹੀਂ ਕੀਤਾ, ਸਿੱਧੀ ਵਿਚਾਰ ਕਰਨ ਲੱਗ ਪਿਆ, ਉਹ ਨਾਸਤਕ ਹੋ ਜਾਏਗਾ ਜੀ, ਖੁਸ਼ਕ ਗਿਆਨੀ ਹੋ ਜਾਏਗਾ ਜੀ। ਉਹ ਪਹਿਲਾਂ ਪੜ੍ਹਨੀ ਹੈ ਗੁਰਬਾਣੀ। ਹਾਂਜੀ, ਤੇ ਗੁਰਬਾਣੀ ਪੜ੍ਹ ਕੇ ਫਿਰ ਹਿਰਦੇ ਵਿੱਚ ਵਿਚਾਰ ਕਰਨੀ ਉਹਦੀ ਜੀ। ਹਾਂਜੀ, ਕਰਹੁ ਆਪਨੀ ਸ਼ੁਭ ਕਲਿਆਣ। ਆਪਣਾ ਭਲਾ ਕਰੋ ਮਹਾਰਾਜ ਕਹਿੰਦੇ। ਹੁਣ ਸੰਗਤ ਜੀ ਇਹ ਤੇ ਹੈਗਾ ਸਾਡਾ ਕੰਮ ਜੀ, ਪਰ ਅਸੀਂ ਇੰਨੀ ਕਦੀ ਸਮਝਿਆ ਨਹੀਂ ਆਪਣਾ ਕੰਮ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਸਿੰਘ ਆਉਂਦਾ ਹੁੰਦਾ ਸੀਗਾ ਜੀ ਇੱਕ, ਹਾਂਜੀ, ਤੇ ਬੈਠਾ ਸਵੇਰ ਦੇ ਸਮੇਂ ਜੀ, ਕਹਿੰਦਾ ਵੀ ਟਾਈਮ ਹੋ ਗਿਆ, ਮੁੰਡੇ ਨੂੰ ਸਕੂਲੋਂ ਲੈ ਕੇ ਆਉਣਾ, ਟਾਈਮ ਹੋ ਗਿਆ ਕਹਿਣ ਲੱਗਾ। ਹਾਂਜੀ, ਮੈਂ ਮਨ 'ਚ ਸੋਚਿਆ ਵੀ ਇਹਨੂੰ ਪਾਠ ਪੜ੍ਹਨਾ ਪਿਆ ਜੀ ਇਸ ਗੱਲ ਬਾਰੇ ਵੀ ਟਾਈਮ ਹੋ ਗਿਆ ਜੀ। ਹਾਂਜੀ, ਅੰਦਰ ਵਿਚਾਰ ਹੈ ਨਾ, ਉਧਰ ਨੂੰ ਧਿਆਨ ਹੋ ਗਿਆ ਜੀ, ਉਸੇ ਵੇਲੇ ਜੀ ਟਾਈਮ ਹੋ ਗਿਆ ਜੀ। ਉਸ ਕੰਮ ਨੂੰ ਆਪਣਾ ਸਮਝਿਆ ਜੀ, ਜ਼ਿੰਮੇਵਾਰੀ ਸਮਝੀ ਜੀ, ਆਪਣਾ ਸਮਝਿਆ, ਜ਼ਿੰਮੇਵਾਰੀ ਸਮਝੀ, ਉਸ ਪਾਸੇ ਪੈਰ ਆਪੇ ਹੀ ਵੱਧ ਗਏ ਜੀ। ਹਾਂਜੀ, ਤੇ ਗੁਰਬਾਣੀ ਪੜ੍ਹਨ ਨੂੰ ਕਦੀ ਆਪਣਾ ਕੰਮ ਸਮਝਿਆ ਹੀ ਨਹੀਂ ਜੀ। ਜੇ ਸਮਝਿਆ ਹੋਵੇ ਤੇ ਗੁਰਬਾਣੀ ਦੇ ਟਾਈਮ ਨਾਲ ਆਪੇ ਹੀ ਗੁਰਬਾਣੀ ਚੱਲੇ ਜੀ। ਇਹਨੂੰ ਕਦੀ ਆਪਣਾ ਕੰਮ ਨਹੀਂ ਸਮਝਿਆ ਜੀ। ਹਾਂਜੀ, ਵੀ ਇਹ ਵੀ ਸਾਡਾ ਆਪਣਾ ਕੰਮ ਹੈਗਾ ਜੀ। ਇਹਦੇ ਵਾਸਤੇ ਕਥਾ ਸੁਣਾਉਣੀ ਪੈਂਦੀ ਤਾਂ ਵੀ ਅਸਰ ਨਹੀਂ ਹੁੰਦਾ ਜੀ। ਹਾਂਜੀ, ਜਗ ਬੰਧਨ ਹਵੈ ਹੈ ਸਭ ਹਾਨ। ਮਹਾਰਾਜ ਕਹਿੰਦੇ ਇਹਨੂੰ ਆਪਣਾ ਸਮਝ ਕੇ ਕਰੋ, ਇਹਦੇ ਵਿੱਚ ਸਾਡਾ ਭਲਾ ਹੈ, ਤੁਹਾਡੇ ਜਗਤ ਦੇ ਬੰਧਨ ਨਾਸ ਹੋ ਜਾਣਗੇ ਕਹਿਣ ਲੱਗੇ। ਹਾਂਜੀ, ਗੁਰ ਬਚ ਸੁਨ ਕਰ ਚਾਰੋਂ ਭਲੇ। ਉਹ ਫਿਰ ਚਾਰੋਂ ਹੀ, ਭਾਈ ਤੋਤਾ ਜੀ, ਭਾਈ ਮੱਧੂ ਜੀ, ਭਾਈ ਗੋਖੂ ਜੀ, ਭਾਈ ਟੋਡਾ ਜੀ, ਇਹ ਫਿਰ ਚਾਰੇ ਹੀ ਇਸ ਪਾਸੇ ਲੱਗੇ ਜੀ। ਗੁਰਬਾਣੀ ਦਾ ਪਾਠ ਕਰਿਆ ਕਰਨ, ਗੁਰਬਾਣੀ ਦੀ ਵਿਚਾਰ ਕਰਿਆ ਕਰਨ। ਹਾਂਜੀ, ਲਗੇ ਵਿਚਾਰਨ ਸਤ ਸੰਗ ਮਿਲੇ। ਤੇ ਵਿਚਾਰ ਕਰਨ ਲੱਗ ਪਏ, ਸਤਸੰਗ ਕਰਨ ਲੱਗ ਪਏ, ਬਾਣੀ ਪੜ੍ਹਨ ਲੱਗ ਪਏ। ਗੱਜ ਕੇ ਆਖੋ ਵਾਹਿਗੁਰੂ। ਤੇ ਗੱਲ ਫਿਰ ਇੱਥੇ ਮੁੱਕਦੀ ਚ, ਜਿੰਨਾ ਚਿਰ ਤੱਕ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ। ਹਰ ਕੰਮ ਸਮਝਦਾ ਬੰਦਾ ਮੇਰਾ ਹੈ, ਰੱਬ ਦੇ ਨਾਮ ਜਪਣ ਨੂੰ ਆਪਣਾ ਕੰਮ ਨਹੀਂ ਸਮਝਦਾ ਜੀ। ਮਹਾਰਾਜ ਕਹਿੰਦੇ ਸਭ ਕਿਛ ਆਪਣਾ ਇੱਕ ਰਾਮ ਪਰਾਇਆ, ਮਨਮੁਖ ਬੰਦੇ ਬਾਰੇ ਜੀ। ਤੁਸੀਂ ਇਮਾਨਦਾਰੀ ਨਾਲ ਸੋਚ ਲਈਏ, ਆਪਾਂ ਘਰ ਬੈਠੇ ਕਿੰਨਾ ਕੁ ਬਾਣੀ ਪੜ੍ਹਨ ਨੂੰ ਆਪਣਾ ਕੰਮ ਸਮਝ ਕੇ ਇਸ ਪਾਸੇ ਲੱਗਦੇ ਹਾਂ ਜੀ। ਜਿਹੜੇ ਲੱਗਦੇ ਬੜੇ ਹੀ ਭਾਗਾਂ ਵਾਲੇ ਜੀ। ਭਾਈ ਗੁਰਦਾਸ ਜੀ ਕਹਿੰਦੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਇਮਾਨਦਾਰੀ ਨਾਲ ਜਿਹੜੇ ਲੱਗਦੇ ਜੀ, ਲੱਗ ਗਏ ਜੀ ਚਾਰੋਂ ਇਮਾਨਦਾਰੀ ਨਾਲ। ਹਾਂਜੀ, ਝਾਂਜ ਮੁਕੰਦਾ ਅਪਰ ਕਿਦਾਰਾ। ਭਾਈ ਝਾਂਜ ਜੀ, ਭਾਈ ਮੁਕੰਦਾ ਜੀ ਤੇ ਭਾਈ ਕਿਦਾਰਾ ਜੀ, ਹਿਤ ਕਲਿਆਣ ਆਏ ਗੁਰਦੁਆਰਾ। ਇਹ ਵੀ ਗੁਰੂ ਸਾਹਿਬ ਦੇ ਦਰਬਾਰ 'ਚ ਆਪਣੇ ਭਲੇ ਵਾਸਤੇ ਆਏ, ਵੀ ਸਾਡਾ ਭਲਾ ਹੋਵੇ ਜੀ। ਮੇਰੇ ਖਿਆਲ ਨਾਲ ਆਪਾਂ ਜਿੰਨੇ ਬੈਠੇ ਭਲਾ ਕਰਾਉਣ ਲਈ ਆਏ ਆਪਣਾ ਜੀ, ਸਾਡਾ ਭਲਾ ਹੋਵੇ ਜੀ। ਹਾਂਜੀ, ਤੀਨੋਂ ਨਮੋ ਕੀਨ ਥਿਤ ਪਾਸ। ਤਿੰਨਾਂ ਨੇ ਆ ਕੇ ਮੱਥਾ ਟੇਕਿਆ ਗੁਰੂ ਅਰਜਨ ਦੇਵ ਜੀ ਨੂੰ ਤੇ ਮਹਾਰਾਜ ਦੇ ਕੋਲ ਬੈਠ ਗਏ ਜੀ। ਹਾਂਜੀ, ਕਰ ਜੋਰਤ ਕੀਨੀ ਅਰਦਾਸ। ਹੱਥ ਜੋੜ ਲਏ, ਤਿੰਨਾਂ ਨੇ ਅਰਦਾਸ ਸ਼ੁਰੂ ਕੀਤੀ ਜੀ। ਹਾਂਜੀ, ਕਿਉਂ ਕਰ ਹੋਏ ਉਧਾਰ ਹਮਾਰੋ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ,
ਮਹਾਰਾਜ ਸਾਡਾ ਉਧਾਰ ਕਿਵੇਂ ਹੋਵੇ? ਚੱਜ ਕੇ ਆਖੋ, ਵਾਹਿਗੁਰੂ। ਮਹਾਰਾਜ ਸਾਡਾ ਉਧਾਰ ਕਿਵੇਂ ਹੋਵੇ? ਹਾਂਜੀ, ਆਪ ਮੁਕੰਦ ਉਪਾਏ ਉਚਾਰੋ। ਮਹਾਰਾਜ ਤੁਸੀਂ ਮੁਕਤੀ ਦੇ ਘਰ ਹੋ, ਮਹਾਰਾਜ ਆਪ ਕਿਰਪਾ ਕਰੋ, ਸਾਡਾ ਭਲਾ ਕਿਵੇਂ ਹੋਵੇ ਜੀ? ਹੁਣ ਵੇਖੋ ਨਾ ਜੀ, ਆਇਆ ਤੇ ਬੰਦਾ ਇੱਥੇ ਭਲਾ ਕਰਾਉਣਾ ਜੀ, ਇੱਥੇ ਆ ਕੇ ਧਿਆਨ ਹੀ ਨਾ ਦਵੇ, ਇੱਧਰ ਉੱਧਰ ਹੀ ਧਿਆਨ ਰੱਖੇ, ਭਲਾ ਕਰਨ ਦੀ ਥਾਂ ਤੇ ਕੁਝ ਹੋਰ ਹੀ ਕਰਕੇ ਚੱਲ ਜੇ ਜੀ। ਹਾਂਜੀ, ਕਹਿੰਦੇ ਮਹਾਰਾਜ ਉਹ ਕਿਰਪਾ ਕਰੋ, ਸਾਡਾ ਭਲਾ ਹੋਵੇ ਸੱਚੇ ਪਾਤਸ਼ਾਹ। ਹਾਂਜੀ, ਸੁਨ ਸ਼੍ਰੀ ਅਰਜਨ ਤਬਹਿ ਬਖਾਨਾ। ਹਾਂਜੀ, ਤੁਮ ਜਾਣਤ ਹੋ ਰਾਗ ਮਹਾਨਾ। ਗੱਜ ਕੇ ਆਖੋ, ਵਾਹਿਗੁਰੂ। ਹੁਣ ਇਹ ਤਿੰਨੋਂ ਰਾਗ ਜਾਣਦੇ ਸੀਗੇ ਜੀ, ਤਿੰਨਾਂ ਨੂੰ ਰਾਗ ਆਉਂਦੇ ਸੀਗੇ ਜੀ। ਮਹਾਰਾਜ ਕਹਿੰਦੇ ਤੁਹਾਨੂੰ ਰਾਗ ਗਾਉਣੇ ਆਉਂਦੇ ਆ। ਹਾਂਜੀ, ਗੁਰਬਾਣੀ ਰਾਗਨ ਮਹਿ ਗਾਓ। ਤੇ ਬਸ ਫਿਰ ਜੇ ਭਲਾ ਚਾਹੁੰਦੇ ਹੋ ਨਾ, ਰੱਬ ਨੇ ਤੁਹਾਨੂੰ ਰਾਗ ਗਾਉਣੇ ਦੱਸੇ ਆ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਰਾਗਾਂ ਵਿੱਚ ਗਾ ਲਿਆ ਕਰੋ। ਸੌਖੀ ਗੱਲ ਜੀ, ਜਿਹੜਾ ਜਿਹੜਾ ਕੰਮ ਕਰਦਾ ਉਸ ਕੰਮ ਵਿੱਚ ਰੱਬ ਨੂੰ ਯਾਦ ਕਰ ਲੈ ਜੀ, ਭਲਾ ਹੋ ਗਿਆ ਜੀ। ਹਾਂਜੀ, ਮੈਂ ਬੜਾ ਖੁਸ਼ ਹੋਇਆ ਜੀ, ਇੱਕ ਦਿਨ ਗੁਰਪੁਰਬ ਸੀਗਾ ਜੀ, ਰਕਸ਼ੇ ਵਾਲਾ ਜੀ, ਜਿਹਨੂੰ ਰੱਬ ਨੇ ਦਿਲ ਦਿੱਤਾ ਜੀ। ਰਕਸ਼ੇ ਵਾਲਾ ਕਹਿਣ ਲੱਗਾ, ਉਹਨੇ ਲਿਖ ਕੇ ਲਾਇਆ ਸੀਗਾ, ਅੱਜ ਜਿੰਨੇ ਜਿੰਨੇ ਦਰਬਾਰ ਸਾਹਿਬ ਜਾਣਾ ਮੈਂ ਫ੍ਰੀ ਖੜਾਂਗਾ ਉਹਨੂੰ ਜੀ। ਹਾਂਜੀ, ਉਹਦਾ ਇਸ ਕੰਮ 'ਚ ਹੀ ਭਲਾ ਹੋ ਜਾਣਾ ਜੀ। ਕਿੱਡੀ ਵਧੀਆ ਸੋਚਦੀ ਉਹਦੀ, ਉਹਦਾ ਇਸ ਕੰਮ 'ਚ ਭਲਾ ਹੋ ਜਾਣਾ ਜੀ। ਮਹਾਰਾਜ ਕਹਿੰਦੇ ਤੁਹਾਨੂੰ ਰਾਗ ਗਾਉਣੇ ਆਉਂਦੇ ਆ, ਗੁਰਬਾਣੀ ਗਾਇਆ ਕਰੋ, ਕੀਰਤਨ ਕਰਿਆ ਕਰੋ। ਹਾਂਜੀ, ਨੀਕੇ ਪ੍ਰਭ ਕੋ ਸੁਜਸ ਬਸਾਓ। ਐ ਵਧੀਆ ਕਰਕੇ ਰਾਗ ਗਾਓ। ਅੱਜ ਅਸੀਂ ਗੁਰੂ ਕੇ ਮਹਿਲ ਗਏ, ਉੱਥੇ ਸਾਡੇ ਤੋਂ ਪਹਿਲਾਂ ਕੀਰਤਨੀਏ ਲੱਗੇ, ਫਿਰ ਮੈਨੂੰ ਕਥਾ 'ਚ ਕਹਿਣਾ ਪਿਆ ਜੀ, ਰਾਗ ਕਿਤੇ, ਬਾਜਾਂ ਕਿਤੇ, ਤੇ ਬਾਣੀ ਕਿਤੇ, ਤੇ ਆਪੇ ਹੀ ਜਕਾਰੇ ਲਾਈ ਜਾਣ ਦੀ ਕੀਰਤਨ 'ਚ ਦੀ। ਹਾਂਜੀ, ਵਿੱਚੇ ਹੀ ਸ਼ਬਦ ਨੂੰ ਛੱਡ ਕੇ ਦੂਜਾ ਸ਼ਬਦ ਸ਼ੁਰੂ ਕਰ ਲੈਣ, ਵਿੱਚੇ ਹੀ ਮਹਾਰਾਜ ਦਾ ਨਾਮ ਲਈ ਜਾਣ ਦੀ ਕੋਈ ਮਰਿਆਦਾ ਹੁੰਦੀ ਹੈ ਜੀ। ਮਹਾਰਾਜ ਕਹਿੰਦੇ ਵਧੀਆ ਐ ਸੁਰ ਵਿੱਚ, ਤਾਲ ਵਿੱਚ ਗੁਰਬਾਣੀ ਦਾ ਕੀਰਤਨ ਕਰਿਆ ਕਰੋ। ਹਾਂਜੀ, ਜਿਉਂ ਜਿਉਂ ਆਨੰਦ ਰਾਗ ਤੇ ਪਾਓ। ਤੁਹਾਨੂੰ ਆਨੰਦ ਆਉਣ ਲੱਗ ਪਏਗਾ ਜੀ, ਆਨੰਦ ਆਉਣ ਲੱਗ ਪਏਗਾ। ਚੇਤਾ ਰੱਖਿਓ, ਸਭ ਦੁੱਖਾਂ ਦਾ ਨਾਸ ਜੇ ਹੋਣਾ, ਗੁਰਬਾਣੀ ਦਾ ਕੀਰਤਨ ਸੁਣੋ, ਸਭ ਦੁੱਖਾਂ ਦਾ ਨਾਸ ਹੋਏਗਾ। ਇੱਕ ਨਾ ਇੱਕ ਦਿਨ ਐਸਾ ਵੀ ਆਉਣਾ ਚ ਡਾਕਟਰਾਂ ਨੇ ਹੱਥ ਖੜੇ ਕਰ ਦੇਣੇ, ਉਹਨਾਂ ਨੇ ਕਹਿਣਾ ਸਾਡੇ ਹੱਥ ਖੜੇ ਐ, ਅਸੀਂ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਦੇ, ਤੁਹਾਡੇ ਦੁੱਖ ਟੁੱਟਣਗੇ, ਜਾਓ ਜਾ ਕੇ ਕੀਰਤਨ ਸੁਣੋ। ਇੱਕ ਦਿਨ ਐਸਾ ਵੀ ਆਏਗਾ ਜੀ, ਵੇਖ ਲਿਓ। ਉਹਨਾਂ ਕਹਿਣਾ ਕੀਰਤਨ ਸੁਣੋ, ਤੁਹਾਡੇ ਦੁੱਖ ਟੁੱਟਣਗੇ। ਮਹਾਰਾਜ ਕਹਿੰਦੇ ਵੇਖਿਓ, ਰਾਗ ਬਾਣੀ ਪੜ੍ਹਦਿਆਂ ਤੁਹਾਨੂੰ ਆਨੰਦ ਆਉਣ ਲੱਗ ਪੈਣਾ। ਕਹਿਣ ਲੱਗੇ ਜਿਉਂ ਜਿਉਂ ਤੁਹਾਨੂੰ ਆਨੰਦ ਆਏਗਾ ਨਾ, ਹਾਂਜੀ, ਤਿਉਂ ਤਿਉਂ ਪ੍ਰੇਮ ਅਧਿਕ ਉਪਜਾਓ। ਤਿਉਂ ਤਿਉਂ ਰੱਬ ਨਾਲ ਪ੍ਰੇਮ ਪੈਦਾ ਹੋਏਗਾ ਜੀ। ਹੁਣ ਉਲਟੀ ਖੇਡ ਹੈ ਜੀ, ਬੜੇ ਬੜੇ ਰਾਗੀ ਵੇਖੇ, ਕੋਈ ਉਹਨਾਂ ਦਾ ਰੱਬ ਨਾਲ ਪ੍ਰੇਮ ਨਹੀਂ ਹੈਗਾ, ਨੋਟਾਂ ਨਾਲ ਹੀ ਹੈਗਾ ਜੀ, ਮਾਇਆ ਨਾਲ ਹੀ ਪ੍ਰੇਮ ਹੈਗਾ ਜੀ। ਦੋ 31,000 51,000 ਫਿਰ ਕੀਰਤਨ ਕਰਨਗੇ, ਉਂਝ ਨਹੀਂ ਕਰਨਗੇ। ਇਹੋ ਜਿਹਿਆਂ ਨੂੰ ਨਹੀਂ ਮਹਾਰਾਜ ਕਹਿ ਰਹੇ ਵੀ ਤੁਹਾਡਾ ਪ੍ਰੇਮ ਰੱਬ ਨਾਲ ਬਣੇਗਾ। ਹਾਂਜੀ, ਕਲਯੁਗ ਮਹਿ ਕੀਰਤਨ ਮਾਨਿੰਦ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪਿਆਰਿਓ, ਕਲਯੁਗ ਦਾ ਸਮਾਂ ਚੱਲ ਰਿਹਾ, ਕੀਰਤਨ ਸਭ ਤੋਂ ਵੱਡਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਾਂਜੀ, ਨਹੀਂ ਅਪਰ ਕੋ ਇਹੀ ਬਿਲੰਦ। ਇਹਦੇ ਤੋਂ ਉੱਚੀ ਚੀਜ਼ ਨਹੀਂ ਹੈਗੀ ਜੀ। ਜਿੰਨਾ ਛੇਤੀ ਕੀਰਤਨ 'ਚ ਮਨ ਜੁੜਦਾ, ਓਨਾ ਛੇਤੀ ਨਹੀਂ ਜੁੜ ਸਕਦਾ ਜੀ ਹੋਰ ਕਿਤੇ। ਹਾਂਜੀ, ਕਠਨ ਮਹਾਤਪ ਜੇ ਕੋ ਕਰੈ। ਜੇ ਕੋਈ ਬਹੁਤ ਕਠਨ ਤਪ ਵੀ ਕਰੇ ਨਾ, ਔਖਾ ਤਪ ਕਰੇ, ਹਾਂਜੀ, ਕੀਰਤਨ ਸਮਤਾ ਕਿਉਂ ਹੂੰ ਨਾ ਧਰੈ। ਫਿਰ ਵੀ ਕੀਰਤਨ ਦੀ ਬਰਾਬਰੀ ਨਹੀਂ ਹੋ ਸਕਦੀ। ਕਹਿਣ ਲੱਗੇ ਕੀਰਤਨ ਰੱਬ ਦੀ ਦਾਤ ਹੈਗੀ ਹੈ। ਗੁਰਬਾਣੀ ਦੇ ਕੀਰਤਨ 'ਚ ਬੜਾ ਰਸ ਹੈ, ਬੜਾ ਆਨੰਦ ਹੈ। ਹਾਂਜੀ, ਅਪਰ ਸੋ ਕਰਮ ਕਰਨ ਜੇ ਸਾਰੇ। ਹਾਂਜੀ, ਹੋਏ ਜੇ ਧਨ ਤਨ ਬਲ ਤਰ ਭਾਰੇ। ਹੋਰ ਜਿੰਨੇ ਕਰਮ ਨੇ, ਮਹਾਰਾਜ ਕਹਿੰਦੇ ਸਰੀਰ ਤਨ 'ਚ ਵੀ ਬਲ ਚਾਹੀਦਾ, ਕੋਲ ਪੈਸੇ ਵੀ ਚਾਹੀਦੇ ਆ, ਫਿਰ ਹੀ ਉਹ ਕੰਮ ਹੋਣਗੇ। ਹਾਂਜੀ, ਕੀਰਤਨ ਕੇ ਸਮਾਨ ਨਹਿ ਕੋਈ। ਪਰ ਕੀਰਤਨ ਤੇ ਕੋਈ ਵੀ ਵਾਹਿਗੁਰੂ ਦੀ ਕੀਰਤੀ ਕਰ ਸਕਦਾ ਜੀ।
ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਦੇ ਸਮਾਨ ਨਹੀਂ ਕੋਈ ਹੈਗਾ ਜੀ। ਵੇਖੋ ਨਾ ਜੀ, ਮਹਾਰਾਜ ਬਾਣੀ ਚ ਕਹਿੰਦੇ ਬਾਣੀ ਬੰਦਾ ਪ੍ਰੇਮ ਨਾਲ ਪੜ੍ਹੇ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਇਹ ਕੱਲਾ ਉਹਨਾਂ ਨੂੰ ਥੋੜੀ ਗਿਆ ਜੀ। ਹਾਂਜੀ, ਸਾਰੇ ਕਰ ਸਕਦੇ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ, ਕੀਰਤ ਪ੍ਰਭ ਕੀ। ਮਹਾਰਾਜ ਕਹਿੰਦੇ ਜਦੋਂ ਪ੍ਰੇਮ ਨਾ ਕਰੋਗੇ ਰੱਬ ਨਾਲ ਪਿਆਰ ਪੈਦਾ ਹੋਏਗਾ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਰੱਬ ਦੀ ਕੀਰਤੀ ਦੇ ਬਰਾਬਰ, ਕੀਰਤਨ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈਗਾ, ਮਹਾਰਾਜ ਕਹਿੰਦੇ। ਹਾਂਜੀ, ਸਭ ਤੇ ਅਧਿਕ ਇਹੀ ਇੱਕ ਹੋਈ। ਮਹਾਰਾਜ ਕਹਿੰਦੇ ਸਭ ਤੋਂ ਜ਼ਿਆਦਾ ਫਾਇਦਾ ਕੀਰਤਨ ਕਰਨ ਵਿੱਚ ਹੈਗਾ। ਕਿਉਂ? ਉਹ ਰਾਗ ਗਾਉਂਦੇ, ਉਹਨਾਂ ਨੂੰ ਸੋਝੀ ਹੈਗੀ ਹੈ ਜੀ। ਹਾਂਜੀ, ਜਾਂ ਤੇ ਤੁਮ ਕੀਰਤਨ ਨਿਤ ਕਰੋ। ਇਸ ਕਰਕੇ ਰੋਜ਼ ਹੀ ਕੀਰਤਨ ਕਰਿਆ ਕਰੋ। ਮਹਾਰਾਜ ਕਹਿੰਦੇ ਰੋਜ਼ ਹੀ ਬਾਣੀ ਨੂੰ ਗਾਇਆ ਕਰੋ। ਹਾਂਜੀ, ਅਪਰ ਸੁਨਾਏ ਤਾਰ ਗਨ ਧਰੋ। ਮਹਾਰਾਜ ਕਹਿੰਦੇ ਆਪ ਵੀ ਤਰੋ, ਦੂਜੇ ਤੁਹਾਡੇ ਕੋਲੋਂ ਸੁਣਨਗੇ ਉਹ ਵੀ ਤਰਨਗੇ। ਸੱਚੇ ਪਾਤਸ਼ਾਹ ਕਹਿੰਦੇ। ਹਾਂਜੀ, ਸੁਨ ਤੀਨੋ ਗੁਰ ਬੂਝੇ ਫੇਰੀ। ਉਹ ਤਿੰਨਾਂ ਨੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ ਜੀ। ਹਾਂਜੀ, ਮਹਿਮਾ ਕੀਰਤਨ ਕਹੀ ਬਡੇਰੀ। ਸੱਚੇ ਪਾਤਸ਼ਾਹ ਆਪ ਨੇ ਕੀਰਤਨ ਦੀ ਬੜੀ ਮਹਿਮਾ ਕੀਤੀ। ਕੀਰਤਨੀਆਂ ਆਪ ਵੀ ਤਰਦਾ, ਦੂਜੇ ਵੀ ਤਰਦੇ ਆ। ਹਾਂਜੀ, ਪਰ ਕੀਰਤਨੀਆਂ ਹੋਵੇ ਕੀਰਤਨੀਆਂ ਸਹੀ ਜੀ। ਹਾਂਜੀ, ਪਾਠ ਕਰਨ ਅਰ ਕਥਾ ਕਰਨ। ਮਹਾਰਾਜ ਕਈ ਸਿੱਖ ਪਾਠ ਕਰਦੇ ਆ, ਕਈ ਕਥਾ ਕਰਦੇ ਆ। ਹਾਂਜੀ, ਫਲ ਬਰਨਹੁ ਇਨਕੇ ਭਿੰਨ ਭਿੰਨ। ਮਹਾਰਾਜ ਜੇ ਖੁਸ਼ ਹੋਏ ਹੀ ਹੋ, ਮਹਾਰਾਜ ਕਥਾ ਦਾ ਕੀ ਲਾਭ ਹੈਗਾ? ਮਹਾਰਾਜ ਪਾਠ ਕਰਨ ਦਾ ਕੀ ਫਾਇਦਾ ਹੈਗਾ? ਸ਼੍ਰੀ ਮੁਖ ਤੇ ਪੁਨ ਲਗੇ ਸੁਨਾਵਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਸੁਣਾਉਣ ਲੱਗੇ ਜੀ। ਹਾਂਜੀ, ਬਾਣੀ ਪਾਠ ਕਰਹਿ ਜੇ ਪਾਵਨ। ਮਹਾਰਾਜ ਕਹਿੰਦੇ ਜਿਹੜਾ ਬਾਣੀ ਦਾ ਪਾਠ ਕਰਦਾ ਹੈ ਨਾ, ਬਾਣੀ ਦਾ ਪਾਠ, ਹਾਂਜੀ, ਜਥਾ ਕੂਪ ਕੀ ਖੇਤੀ ਹੋਏ। ਉਹ ਇਸ ਤਰ੍ਹਾਂ ਜਥਾ ਕੂਪ ਕੀ ਖੇਤੀ ਹੋਏ, ਜਿਵੇਂ ਖੂਹ ਦੀ ਖੇਤੀ ਹੁੰਦੀ ਜੀ। ਤੁਹਾਡੇ ਚੋਂ ਕੋਈ ਪਿੰਡ ਵਾਲਾ ਬੈਠਾ ਹੋਵੇ, ਉਹਨੂੰ ਪਤਾ ਜੀ ਖੂਹ ਤੋਂ ਇੱਕ ਦੋ ਖੇਤ ਹੀ ਹਰੇ ਹੋ ਸਕਦੇ, ਸਾਰੇ ਨਹੀਂ ਹੋ ਸਕਦੇ ਜੀ। ਕਿੱਲੇ ਨੂੰ ਪਾਣੀ ਲੱਗ ਜੂਗਾ, ਉਹ ਵੀ ਜ਼ਿਆਦਾ ਹੈ ਜੀ। ਹਾਂਜੀ, ਖੂਹ ਤੋਂ ਥੋੜੀ ਖੇਤੀ ਹੋਏਗੀ, ਜ਼ਿਆਦੀ ਨਹੀਂ ਹੋਏਗੀ ਜੀ। ਮੈਂ ਇਕੱਲਾ ਬਾਣੀ ਪੜ੍ਹ ਰਿਹਾ ਜੀ, ਮੈਨੂੰ ਆਨੰਦ ਮਿਲ ਰਿਹਾ, ਮੇਰਾ ਮਨ ਹਰਿਆ ਹੋ ਰਿਹਾ। ਲਾਗੇ ਇੱਕ ਦੋ ਪ੍ਰੇਮੀ ਬੈਠੇ ਆ, ਉਹਨਾਂ ਦਾ ਮਨ ਵੀ ਹਰਿਆ ਹੋ ਰਿਹਾ। ਹਾਂਜੀ, ਸਿੰਚਤ ਨੀਰ ਹਰੀ ਕਰ ਸੋਏ। ਹਾਂਜੀ, ਸ਼ੀਗਰ ਪਕਾਏ ਸਦਨ ਮਹਿ ਅੰਨ ਹੈ। ਹਾਂਜੀ, ਜਬ ਬਿਦ ਕੇ ਸੁਖ ਭੋਜਨ ਠਾਨ ਹੈ। ਸਭ ਬਿਦ ਕੇ ਸੁਖ ਭੋਗਨ ਠਾਨ ਹੈ। ਮਹਾਰਾਜ ਕਹਿਣ ਲੱਗੇ ਪਾਠ ਇਸ ਤਰ੍ਹਾਂ ਵੀ ਕੱਲੇ ਨੇ ਖੇਤੀ ਕੀਤੀ, ਉਹ ਸਮੇਂ ਦੇ ਨਾਲ ਮਹਾਰਾਜ ਕਹਿੰਦੇ ਉਹਦੇ ਘਰ ਵਿੱਚ ਦਾਣੇ ਆਉਂਦੇ ਆ, ਉਹਨੂੰ ਸੁੱਖ ਮਿਲਦਾ। ਪਾਠ ਕੱਲੇ ਵਾਸਤੇ ਹੈ ਜਾਂ ਹੱਦ ਇੱਕ ਦੋ ਜਣਿਆਂ ਵਾਸਤੇ ਹੈ। ਹਾਂਜੀ, ਖੇਤ ਸਮੀਪ ਅਪਰ ਜੇ ਹੋਏ। ਮਹਾਰਾਜ ਕਹਿਣ ਲੱਗੇ ਖੂਹ ਤੋਂ ਪਾਣੀ ਨੇੜਲੇ ਖੇਤ ਨੂੰ ਮਿਲ ਜਾਏਗਾ। ਹਾਂਜੀ, ਤਹ ਵੀ ਪਹੁੰਚ ਸਕਹਿ ਜਲ ਸੋਏ। ਉਹਨੂੰ ਪਾਣੀ ਮਿਲ ਜਾਏਗਾ, ਪਾਣੀ ਉੱਥੇ ਪਹੁੰਚ ਜਾਏਗਾ। ਹਾਂਜੀ,
ਦੂਰ ਖੇਤ ਕੋ ਪਹੁੰਚਤ ਨਾ ਪਰ ਹੈ। ਕਿਸੇ ਦੂਰ ਦੇ ਖੇਤ ਨੂੰ ਖੂਹ ਤੋਂ ਪਾਣੀ ਨਹੀਂ ਪਹੁੰਚਦਾ, ਖੂਹ ਤੋਂ ਪਾਣੀ ਨਾਲ ਦੇ ਖੇਤ ਨੂੰ ਹੀ ਪਹੁੰਚੇਗਾ। ਹਾਂਜੀ, ਤਿਮ ਫਲ ਸੁਨਹਿ ਸ਼ਰਵਨ ਕੇ ਮਾਹੇ। ਬਸ ਲਾਗੇ ਇੱਕ ਸਿੱਖ ਬਾਣੀ ਪੜ੍ਹ ਰਿਹਾ, ਦੂਜਾ ਸੁਣ ਰਿਹਾ, ਸਮਝੋ ਦੂਜੇ ਖੇਤ ਨੂੰ ਪਾਣੀ ਮਿਲ ਰਿਹਾ ਜੀ। ਸਾਰਿਆਂ ਨੂੰ ਨਹੀਂ ਮਿਲਦਾ ਜੀ, ਸਾਰਿਆਂ ਦੀ ਪਾਠ ਸੁਣਨ ਵਾਲੀ ਬਿਰਤੀ ਨਹੀਂ ਹੁੰਦੀ ਜੀ। ਹਾਂਜੀ, ਕੀਰਤਨ ਕਰਨ ਮੇਘ ਕੀ ਬਰਖਾ। ਮਹਾਰਾਜ ਕਹਿਣ ਲੱਗੇ ਇੱਕ ਹੋਰ ਕੰਮ ਹੁੰਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਇੱਕ ਤੇ ਖੂਹ ਦੀ ਖੇਤੀ ਹੈ ਨਾ, ਇੱਕ ਮੀਂਹ ਨਾਲ ਵੀ ਖੇਤੀ ਹੁੰਦੀ ਹੈ। ਜਦੋਂ ਕੀਰਤਨ ਹੋ ਰਿਹਾ ਹੋਵੇ ਸਮਝੋ ਉਦੋਂ ਮੀਂਹ ਪੈ ਰਿਹਾ ਹੈ, ਮੀਂਹ ਪੈ ਰਿਹਾ। ਮੀਂਹ ਸੰਗਤ ਜੀ ਸੌਖਾ ਹੁੰਦਾ ਜੀ, ਮੀਂਹ ਦੀ ਖੇਤੀ ਵੀ ਸੌਖੀ ਹੁੰਦੀ ਹੈ। ਮੀਂਹ ਦੀ ਖੇਤੀ ਫਿਰ ਸਾਰੇ ਖੇਤਾਂ ਨੂੰ ਹਰਿਆ ਕਰਦੀ ਹੈ, ਸਾਰੇ ਖੇਤਾਂ ਦਾ ਭਲਾ ਕਰਦੀ ਹੈ। ਆ ਹੁਣੇ ਆਪਾਂ ਕੀਰਤਨ ਕੀਤਾ, ਸਾਰਿਆਂ ਨੇ ਪੰਗਤੀ ਪੜ੍ਹੀ ਹੈ, ਸਾਰਿਆਂ ਦਾ ਭਲਾ ਹੋਇਆ ਜੀ, ਸਾਰਿਆਂ ਦਾ। ਹਾਂਜੀ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਕੀਰਤ ਪ੍ਰਭ ਕੀ ਗਾਓ ਮੇਰੀ। ਸਾਰੇ ਜਪੋ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ। ਗਾਓ ਮੇਰੀ ਰਸਨਾ। ਇਹ ਕੀ, ਇਹ ਸਮਝੋ ਮੀਂਹ ਪੈ ਰਿਹਾ ਸੀਗਾ, ਬੱਚੇ ਵੀ ਛੋਟੇ ਛੋਟੇ ਬੋਲਣ ਲੱਗ ਪੈਂਦੇ ਆ, ਉਹਨਾਂ ਨੂੰ ਵੀ ਸਮਝ ਆਉਣ ਲੱਗ ਪੈਂਦੀ ਹੈ। ਮਹਾਰਾਜ ਕਹਿੰਦੇ ਜਿਵੇਂ ਮੀਂਹ ਦੀ ਖੇਤੀ ਹੁੰਦੀ ਹੈ। ਹਾਂਜੀ, ਬਰਖੇ ਜਲ ਹੋਏ ਜੀਵਨ ਹਰਖਾ। ਜਲ ਦੀ ਵਰਖਾ ਹੁੰਦੀ ਹੈ, ਸਾਰੇ ਖੁਸ਼ ਹੋ ਜਾਂਦੇ ਹਨ। ਖੇਤੀ ਜਹ ਕਹਿ ਹਰੀਅਲ ਹੋਵੇ। ਜਿੱਥੇ ਕਿੱਥੇ ਖੇਤ ਹੈ ਫਿਰ ਸਾਰਿਆਂ ਨੂੰ ਹੀ ਪਾਣੀ ਪਹੁੰਚਦਾ। ਮਹਾਰਾਜ ਕਹਿੰਦੇ ਸਾਰੇ ਖੇਤ ਹਰੇ ਹੁੰਦੇ ਆ। ਹਾਂਜੀ, ਸਾਬਤ ਦਾਨੋ ਤਿਨ ਮਹਿ ਜੋਵੈ। ਮਹਾਰਾਜ ਕਹਿੰਦੇ ਫਿਰ ਐ ਸਾਰਿਆਂ ਵਿੱਚ ਦਾਣੇ ਸਾਬਤ ਹੋ ਜਾਂਦੇ, ਭਾਵ ਸਾਰੇ ਖੇਤਾਂ 'ਚ ਦਾਣੇ ਪੱਕਦੇ ਆ। ਹਾਂਜੀ, ਸੁਨੋ ਵਿਸਾਲ ਕਥਾ ਕੋ ਫਲ ਹੈ। ਪਰ ਮਹਾਰਾਜ ਕਹਿੰਦੇ ਹੁਣ ਸੁਣੋ, ਕਥਾ ਦਾ ਹੋਰ ਵੱਡਾ ਫਲ ਹੈ। ਗੱਜ ਕੇ ਆਖੋ ਵਾਹਿਗੁਰੂ। ਪਾਠ ਕੀ ਹੈ? ਖੂਹ ਦੀ ਖੇਤੀ। ਕੀਰਤਨ ਕੀ ਹੈ? ਮੀਂਹ ਦੀ ਖੇਤੀ। ਕਥਾ ਕੀ ਹੈ? ਉਹ ਸੁਣੋ। ਝਰੀ ਲਾਗ ਜਿਮ ਬਰਖਤ ਜਲ ਹੈ। ਬਹੁਤ ਤੇਜ਼ ਮੋਲੇ ਧਾਰ ਜਦੋਂ ਮੀਂਹ ਪੈਂਦਾ ਹੈ ਤੇ ਸਾਧ ਸੰਗਤ ਜੀ ਉਹ ਮੀਂਹ ਬਹੁਤ ਕੁਝ ਰੋੜ ਕੇ ਲੈ ਜਾਂਦਾ ਜੀ। ਪਰ ਮੋਲੇ ਧਾਰ ਮੀਂਹ ਪੈਣ ਤੋਂ ਬਾਅਦ ਹੌਲੀ ਹੌਲੀ ਬੂੰਦਾ ਬਾਂਦੀ ਹੁੰਦੀ ਹੈ ਜੀ। ਹਾਂਜੀ, ਉਹ ਰੁੜਦਾ ਨਹੀਂ ਪਾਣੀ ਜੀ, ਉਹ ਜ਼ਮੀਨ ਵਿੱਚ ਧੱਸਦਾ ਹੈ ਜੀ। ਆਮ ਹੀ ਹੈ, ਅਸੀਂ ਧਿਆਨ ਦਿੱਤਾ ਹੋਵੇ ਤੁਹਾਡੇ ਚੋਂ ਕਈਆਂ ਨੇ। ਉਹ ਜਿਹੜੀਆਂ ਬੂੰਦਾਂ ਨੇ ਨਾ ਉਹ ਫਿਰ ਜ਼ਮੀਨ ਦੇ ਵਿੱਚ ਮਹਾਰਾਜ ਕਹਿੰਦੇ ਧੱਸਦੀਆਂ ਜਾਂਦੀਆਂ ਜੀ। ਹਾਂਜੀ, ਥਿਮਕ ਥਿਮਕ ਬੂੰਦਾ ਜੇ ਪਰਹੀ। ਐ ਟਪਕ ਟਪਕ ਬੂੰਦਾਂ ਪੈਂਦੀਆਂ, ਮੋਟਾ ਮੋਟਾ ਮੀਂਹ ਪੈਂਦਾ, ਕਣੀਆਂ ਪੈਂਦੀਆਂ ਮੀਂਹ ਤੋਂ ਬਾਅਦ ਜੀ। ਹਾਂਜੀ, ਸਭ ਆਪਣੇ ਮਹਿ ਧਰਨੀ ਧਰਹੀ। ਉਹ ਫਿਰ ਧਰਤੀ ਆਪਣੇ ਵਿੱਚ ਜ਼ਬਤ ਕਰੀ ਜਾਂਦੀ। ਮਹਾਰਾਜ ਕਹਿੰਦੇ ਹਾਂਜੀ, ਬਾਦ ਨ ਜਾਤ ਪਰਹੇ ਜਲ ਜੋਏ। ਮੀਂਹ ਜਦੋਂ ਮੋਲੇ ਧਾਰ ਪੈਂਦਾ ਉਦੋਂ ਤੇ ਬਹੁਤ ਕੁਝ ਰੁੜ ਕੇ ਚਲ ਜਾਂਦਾ, ਬੜਾ ਪਾਣੀ ਨਾਲੀਆਂ 'ਚ ਚਲ ਜਾਂਦਾ। ਪਰ ਉਹ ਜਿਹੜਾ ਹੌਲੀ ਹੌਲੀ ਝਿਮਾ ਜਾ ਮੀਂਹ ਪੈਂਦਾ ਹੈ ਨਾ, ਉਹਦਾ ਪਾਣੀ ਵਿਅਰਥ ਨਹੀਂ ਜਾਂਦਾ, ਉਹ ਧਰਤੀ ਦੇ ਵਿੱਚ ਹੀ ਧੱਸੀ ਜਾਂਦਾ ਹੈ, ਵਿੱਚ ਹੀ ਧੱਸੀ ਜਾਂਦਾ ਹੈ। ਉਹ ਪਾਣੀ ਮਹਾਰਾਜ ਕਹਿੰਦੇ ਵਿਅਰਥ ਨਹੀਂ ਜਾਂਦਾ। ਹਾਂਜੀ, ਖੇਤੀ ਕੋ ਸੁਖਦਾਇਕ ਸੋਏ। ਮਹਾਰਾਜ ਕਹਿੰਦੇ ਉਹ ਜਿਹੜਾ ਮੀਂਹ ਹੈ ਨਾ ਉਹ ਖੇਤੀ ਲਈ ਹੋਰ ਸੁਖਦਾਈ ਹੁੰਦਾ। ਕਹਿਣ ਲੱਗੇ ਹੌਲੀ ਹੌਲੀ ਸਹਿਜੇ ਸਹਿਜੇ ਪੈਣ ਵਾਲਾ ਮੀਂਹ ਖੇਤੀ ਨੂੰ ਹੋਰ ਸੁਖਦਾਈ ਕਰ ਦਿੰਦਾ ਜੀ। ਹਾਂਜੀ, ਤੈਸੇ ਸਮਝਵਾਨ ਸਿੱਖ ਜੇਈ। ਹਾਂਜੀ, ਕਥਾ ਕੀਰਤਨ ਕਰਦੇ ਸੇ। ਬਸ ਇਹੋ ਹੀ ਖੇਡ ਹੈ। ਹੁਣ ਵੇਖੋ ਕੀਰਤਨ ਹੋਇਆ, ਸਭ ਨੂੰ ਆਨੰਦ ਮਿਲਿਆ, ਸਾਰੇ ਝੂਮੇ। ਹਾਂਜੀ, ਪਰ ਕਈ ਜਿਹੜੇ ਉੱਚੇ ਮਾਣ ਵਾਲੇ ਆ ਨਾ ਉਹ ਸੁੱਕੇ ਟਿੱਬੇ ਦੀ ਤਰ੍ਹਾਂ ਸੁੱਕੇ ਰਹਿ ਜਾਂਦੇ ਜੀ।
ਫਿਰ ਕਥਾ ਇੱਕ ਇੱਕ ਪੰਕਤੀ ਦਾ ਅਰਥ ਪਤਾ ਲੱਗੀ ਜਾਂਦਾ ਹੈ ਜੀ, ਬਾਣੀ ਦੀ ਸਮਝ ਆਈ ਜਾਂਦੀ ਹੈ। ਉਹਦੇ ਵਿੱਚ ਫਿਰ ਇੱਕ ਇੱਕ ਪੰਕਤੀ ਦਾ ਅਰਥ ਸਾਰ ਵਿਅਰਥ ਨਹੀਂ ਜਾਂਦਾ। ਕਈ ਗੱਲਾਂ ਕੀਰਤਨ ਵਿੱਚ ਪੰਕਤੀਆਂ ਐਸੀਆਂ ਆਉਂਦੀਆਂ ਜਿਨ੍ਹਾਂ ਦੇ ਅਰਥ ਨਹੀਂ ਪਤਾ ਹੁੰਦੇ ਜੀ। ਕਥਾ 'ਚ ਇੱਕ ਇੱਕ ਪੰਕਤੀ ਦਾ ਅਰਥ ਪਤਾ ਲੱਗੀ ਜਾਂਦਾ। ਉਹ ਇਸੇ ਤਰ੍ਹਾਂ ਜਿਵੇਂ ਪਾਣੀ ਵਿਅਰਥ ਨਹੀਂ ਜਾਂਦਾ, ਇੱਕ ਇੱਕ ਗੱਲ ਬੰਦੇ ਦੇ ਹਿਰਦੇ ਤੇ ਆਈ ਜਾਂਦੀ ਜੀ। ਹੁਣ ਖੇਤੀ ਕਿਹੜੀ ਹੈ, ਧਿਆਨ ਨਾਲ ਸਮਝਿਓ। ਕਿਸ ਜ਼ਮੀਨ ਦੀ ਗੱਲ ਗੁਰੂ ਅਰਜਨ ਸਾਹਿਬ ਕਰ ਰਹੇ ਆ? ਗੁਰੂ ਅਰਜਨ ਸਾਹਿਬ ਇਸ ਜ਼ਮੀਨ ਦੀ ਗੱਲ ਕਰ ਰਹੇ ਜੀ, ਮਨ ਵਾਲੀ ਜ਼ਮੀਨ ਦੀ ਗੱਲ ਕਰ ਰਹੇ, ਹਿਰਦੇ ਰੂਪੀ ਜ਼ਮੀਨ ਦੀ ਗੱਲ ਕਰਨ ਰਹੇ ਜੀ। ਮੋਲੇ ਧਾਰ ਮੀਂਹ ਪਿਆ, ਪਾਣੀ ਅੱਗੇ ਲੰਘ ਗਿਆ, ਠਿਮਕ ਠਿਮਕ ਬੂੰਦੇ ਪੈਂਦੀਆਂ ਵਿੱਚ ਜਰੀ ਜਾਂਦਾ, ਜਰੀ ਜਾਂਦਾ, ਜਰੀ ਜਾਂਦਾ। ਇਸੇ ਕਰਕੇ ਬਹੁਤ ਸਾਰੇ ਪ੍ਰੇਮੀ ਜਦੋਂ ਉਹਨਾਂ ਨੂੰ ਕਥਾ ਦੀ ਸਮਝ ਆਉਂਦੀ, ਉਹ ਫਿਰ ਹੌਲੀ ਹੌਲੀ ਸਿਰ ਨਾਲ ਹਿਲਾਉਂਦੇ ਆ ਜੀ। ਹਾਂਜੀ, ਉਹ ਹੌਲੀ ਹੌਲੀ ਸਿਰ ਹਿਲਾਉਂਦੇ ਆ ਨਾਲ ਜੀ, ਕਿਉਂ? ਉਹ ਗੱਲਾਂ ਅੰਦਰ ਜਾਈ ਜਾਂਦੀਆਂ ਜੀ। ਮਹਾਰਾਜ ਕਹਿੰਦੇ ਪਾਠ ਖੂਹ ਦੀ ਖੇਤੀ, ਕੀਰਤਨ ਮੀਂਹ ਦੀ ਖੇਤੀ, ਕਥਾ ਥਿਮਕ ਥਿਮਕ ਬੂੰਦੇ ਜਿਉ ਪਰਹੀ। ਹਾਂਜੀ, ਸੁਨਹਿ ਮਮੋਸ਼ੀ ਹਿਰਦੈ ਧਾਰਹਿ। ਪਰ ਮਹਾਰਾਜ ਕਹਿੰਦੇ ਸੁਣ ਕੇ ਮੋਕਸ਼ ਦੀ ਇੱਛਾ ਬੰਦਾ ਹਿਰਦੇ 'ਚ ਰੱਖੇ ਵੀ ਮੇਰਾ ਭਲਾ ਹੋ ਜਾਵੇ। ਹਾਂਜੀ, ਗੁਣਨ ਵਧਾਏ ਵਿਕਾਰ ਨਿਕਾਰਹਿ। ਗੁਣ ਵਧਾਵੇ ਆਪਣੇ ਅੰਦਰ ਤੇ ਵਿਕਾਰ ਕੱਢੇ ਜੀ। ਹਾਂਜੀ, ਹਿਰਦੇ ਵਿਚਾਰਹਿ ਨਿਰਨੋ ਕਰੈ। ਹਾਂਜੀ, ਆਤਮ ਗਿਆਨ ਭਲੇ ਉਰ ਧਰੈ। ਹਿਰਦੇ ਦੀ ਵਿਚਾਰ ਕਰੇ, ਛੱਡਣ ਵਾਲੀਆਂ ਚੀਜ਼ਾਂ ਛੱਡ ਦੇ, ਫੜਨ ਵਾਲੀਆਂ ਫੜ ਲੈ। ਆਤਮ ਦੀ ਗਿਆਨ ਦਾ ਮਹਾਰਾਜ ਕਹਿੰਦੇ ਵਿਚਾਰ ਕਰੇ, ਮੇਰਾ ਮਨ ਕਿੱਥੇ ਕੁ ਖੜਾ ਹੈ। ਕਈ ਕਈ ਸਾਲ ਹੋ ਜਾਂਦੇ ਕਥਾ ਕੀਰਤਨ ਸੁਣਦਿਆਂ, ਬੰਦੇ ਦੇ ਅੰਦਰ ਦੀ ਤਰੱਕੀ ਨਹੀਂ ਹੁੰਦੀ, ਕਿਉਂਕਿ ਉਹ ਆਪਣੀ ਅੰਦਰ ਦੀ ਵਿਚਾਰ ਨਹੀਂ ਕਰਦਾ ਜੀ। ਹਾਂਜੀ, ਕਥਾ ਕੀਰਤਨ ਦੋਨੋਂ ਮਿਲੇ, ਸ਼ੋਭਾ ਪਾਵਤ ਅਤ ਹੀ ਭਲੇ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜੇ ਕਥਾ ਤੇ ਕੀਰਤਨ ਦੋਵੇਂ ਹੀ ਮਿਲ ਜਾਣ ਫਿਰ ਤੇ ਬਹੁਤ ਚੰਗੀ ਗੱਲ ਹੋ ਜਾਂਦੀ ਹੈ ਜੀ। ਹਾਂਜੀ, ਕੀਰਤਨ ਦਾ ਵੀ ਰਸ ਆਵੇ, ਕਥਾ ਦੀ ਵੀ ਬੰਦੇ ਨੂੰ ਸਮਝ ਆਵੇ। ਮਹਾਰਾਜ ਕਹਿੰਦੇ ਤੇ ਫਿਰ ਆਤਮਾ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ। ਸਾਡੇ ਪੰਥ 'ਚ ਕੁਝ ਬੰਦੇ ਐਸੇ ਆ ਜਿਹੜੇ ਕਥਾ ਹੀ ਸੁਣਦੇ ਆ, ਕੀਰਤਨ ਨਹੀਂ ਸੁਣਦੇ ਜੀ। ਉਹ ਕਹਿੰਦੇ ਸਾਨੂੰ ਕੀਰਤਨ ਦੀ ਸਮਝ ਨਹੀਂ ਆਉਂਦੀ। ਕੁਝ ਬੰਦੇ ਐਸੇ ਆ ਪ੍ਰੇਮੀ ਹੈਗੇ ਆ, ਉਹ ਕੀਰਤਨ ਹੀ ਸੁਣਦੇ ਆ, ਕਹਿੰਦੇ ਕਥਾ ਨਹੀਂ ਸੁਣਦੀ ਅਸੀਂ। ਗੁਰੂ ਅਰਜਨ ਸਾਹਿਬ ਕਹਿੰਦੇ ਕਥਾ ਤੇ ਕੀਰਤਨ ਦੋਵੇਂ ਮਿਲ ਜਾਣ ਨਾ, ਸ਼ੋਭਾ ਪਾਵਤ ਅਤ ਹੀ ਭਲੇ, ਫਿਰ ਉਹ ਬਹੁਤ ਸ਼ੋਭਾ ਪਾਉਂਦੇ ਆ। ਬਾਣੀ 'ਚ ਵੀ ਲਿਖਿਆ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਹਾਂਜੀ, ਕਥਾ ਵਧਾਵੈ ਮਹਾ ਮਹਾਤਮ। ਮਹਾਰਾਜ ਕਹਿੰਦੇ ਕਥਾ ਫਿਰ ਅੰਦਰ ਪ੍ਰੇਮ ਦਾ ਮਹਾਤਮ ਹੋਰ ਵਧਾਉਂਦੀ ਹੈ। ਹਾਂਜੀ, ਕੀਰਤਨ ਸੁਨਤੇ ਸੁਧ ਹੋਏ ਆਤਮ। ਤੇ ਕੀਰਤਨ ਸੁਣਦਿਆਂ ਸੁਣਦਿਆਂ ਆਤਮਾ ਸ਼ੁੱਧ ਹੋਈ ਜਾਂਦੀ ਹੈ। ਕਥਾ ਸੁਣਦਿਆਂ ਸੁਣਦਿਆਂ ਪ੍ਰੇਮ ਵਧੀ ਜਾਂਦਾ ਹੈ। ਹਾਂਜੀ, ਜਪਹਿ ਕੀਰਤਨ ਕਰਹਿ ਭਲੇਰਾ। ਜਦ ਭਲਾ ਕੀਰਤਨ ਹੋਵੇ, ਕੋਈ ਐ ਜੁੜ ਕੇ ਕੀਰਤਨ ਕਰੇ, ਮਰਿਆਦਾ ਨਾਲ ਕੀਰਤਨ ਕਰੇ, ਤੇ ਮੈਨੂੰ ਮਾਫ ਕਰਿਓ, ਮਰਿਆਦਾ ਨਾਲ ਕੀਰਤਨ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਕੀ ਪ੍ਰੇਮ ਨਾਲ ਕੀਰਤਨ ਕਰਦੇ, ਮਾੜਾ ਨਹੀਂ ਕਰਦੇ, ਚੰਗਾ ਹੈ। ਪਰ ਮਰਿਆਦਾ ਨਾਲ ਕੀਰਤਨ ਤੇ ਸ੍ਰੀ ਹਰਿਮੰਦਰ ਸਾਹਿਬ ਹੀ ਹੁੰਦਾ ਜੀ। ਹਾਂਜੀ, ਸਮੇਂ ਦਾ ਰਾਗ ਗਾਇਆ ਜਾਂਦਾ, ਰਾਗ ਦੀ ਆਰੰਭਤਾ ਹੁੰਦੀ ਹੈ, ਬਾਣੀ ਦਾ ਧਿਆਨ ਰੱਖਿਆ ਜਾਂਦਾ ਹੈ, ਹਰ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ। ਜਿਸ ਰਾਗ ਵਿੱਚ ਗੁਰੂ ਜੀ ਨੇ ਜਿਵੇਂ ਬਾਣੀ ਉਚਾਰੀ ਹੈ ਉਵੇਂ ਹੀ ਪੜ੍ਹੀ ਜਾਂਦੀ ਹੈ ਜੀ। ਮਹਾਰਾਜ ਦਾ ਸ਼ਬਦ ਹੈ ਮਾਈ ਮੈਂ ਧਨ ਪਾਇਓ ਹਰ ਨਾਮ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਬਸੰਤ ਰਾਗ ਹੈ ਜੀ, ਬਸੰਤ ਮਹੱਲਾ ਨਾਮਾ। ਜਦੋਂ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਸੀ ਨਾ, ਉਹ ਬਸੰਤ ਦੀ ਰੁੱਤ ਚੱਲ ਰਹੀ ਸੀਗੀ, ਬਸੰਤ ਦੀ ਰੁੱਤ ਸੀਗੀ। ਬਸੰਤ ਰਾਗ ਮਹਾਰਾਜ ਨੇ ਗਾਇਆ ਤੇ ਸਾਧ ਸੰਗਤ ਜੀ ਫਿਰ ਸੁਣਨ ਵਾਲਿਆਂ ਉੱਤੇ ਕਿਉਂ ਨਹੀਂ ਅਸਰ ਹੋਏਗਾ ਜੀ। ਮਹਾਰਾਜ ਕਹਿੰਦੇ ਕੀਰਤਨ ਬਹੁਤ ਭਲਾ ਹੋ ਰਿਹਾ ਹੋਵੇ। ਹਾਂਜੀ, ਹਰਖ ਵਧਾਵਹਿ ਬਹੁ ਮਨ ਕੇਰਾ। ਫਿਰ ਉਹ ਕੀਰਤਨ ਮਨ ਵਿੱਚ ਆਨੰਦ ਵਧਾਉਂਦਾ, ਖੇੜਾ ਵਧਾਉਂਦਾ। ਹਰਿਮੰਦਰ ਸਾਹਿਬ ਮਰਿਆਦਾ ਨਾਲ ਕੀਰਤਨ ਹੁੰਦਾ, ਇਸ ਕਰਕੇ 8-8 ਘੰਟੇ ਸਮਾਧੀ ਲਾਉਣ ਵਾਲੇ ਵੀ ਉੱਥੇ ਬੈਠੇ ਹੋਏ ਨੇ ਜੀ। ਹਾਂਜੀ,
ਜਥਾ ਮਾਤ ਪੁੱਤਰਨ ਕੇ ਸਾਜੈ ਹਾਂਜੀ। ਤਥਾ ਕਥਾ ਕੀਰਤਨ ਕੇ ਰਾਜੇ। ਹੁਣ ਆ ਪ੍ਰਸੰਗ ਮੈਂ ਛੇਤੀ ਛੇਤੀ ਸੰਪੂਰਨ ਕਰਾਂ, ਸਮਾਂ ਹੋ ਰਿਹਾ। ਮਹਾਰਾਜ ਕਹਿੰਦੇ ਜਿਵੇਂ ਮਾਂ ਤੇ ਪੁੱਤਰ ਹੈ, ਇਕੱਠੇ ਤੁਰਦੇ ਹੋਣ ਫੱਬਦੇ ਆ, ਐਵੇਂ ਹੀ ਕਥਾ ਤੇ ਕੀਰਤਨ ਵੀ ਇਕੱਠੇ ਤੁਰਦੇ ਫੱਬਦੇ ਆ। ਮਹਾਰਾਜ ਕਹਿੰਦੇ ਕਥਾ ਕੌਣ ਹੈ? ਕਥਾ ਮਾਂ ਹੈ। ਕੀਰਤਨ ਕੌਣ ਹੈ? ਕੀਰਤਨ ਪੁੱਤਰ ਹੈ। ਹਾਂਜੀ। ਜਿਮ ਪੁੱਤਰਨ ਕੋ ਪਾਲਹਿ ਮਾਤਾ ਜਿਵੇਂ ਪੁੱਤਰ ਨੂੰ ਮਾਂ ਪਾਲਦੀ ਹੈ, ਤਥਾ ਕਥਾ ਕੀਰਤਨ ਹਰ ਖਾਤਾ। ਮਹਾਰਾਜ ਕਹਿੰਦੇ ਉਵੇਂ ਕਥਾ ਕੀਰਤਨ ਨੂੰ ਪਾਲਦੀ ਹੈ। ਕਿਵੇਂ? ਸ਼ਬਦ ਦੇ ਅਰਥ ਪਤਾ ਲੱਗ ਗਏ ਕਥਾ 'ਚ, ਫਿਰ ਕੀਰਤਨ ਸੁਣ ਕੇ ਵੇਖੋ ਆਨੰਦ ਹੋਰ ਵੱਧ ਜਾਏਗਾ ਜੀ। ਹਾਂਜੀ। ਸੁਨ ਬੋਲੇ ਸਿੱਖ ਹਮੈ ਬਤਾਵਹੁ ਸੁਣ ਕੇ ਸਿੱਖ ਮਹਾਰਾਜ ਨੂੰ ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਜੀ ਨੂੰ, ਹਾਂਜੀ, ਸੁਤ ਜਨਨੀ ਦ੍ਰਿਸ਼ਟਾਂਤ ਜਨਾਵਹੁ। ਮਹਾਰਾਜ ਤੁਸੀਂ ਮਾਂ ਪੁੱਤ ਦਾ ਦ੍ਰਿਸ਼ਟਾਂਤ ਉਦਾਹਰਣ ਦਿੱਤੀ ਹੈ। ਹਾਂਜੀ। ਕੀਰਤਨ ਪਿਤਾ ਕਥਾਪਤ ਕੌਣ। ਇਹ ਤੇ ਮੰਨ ਲੈਨੇ ਆ ਵੀ ਕਥਾ ਮਾਂ ਹੈ, ਕੀਰਤਨ ਪੁੱਤਰ ਹੈ, ਪਰ ਮਹਾਰਾਜ ਕਥਾ ਦਾ ਪਤੀ ਕੌਣ ਹੈ? ਕੀਰਤਨ ਦਾ ਪਿਤਾ ਕੌਣ ਹੈ? ਹਾਂਜੀ। ਸੋ ਭੀ ਬਰਨੋ ਹੋਇਹੁ ਜੌਨ। ਮਹਾਰਾਜ ਉਹ ਵੀ ਦੱਸੋ। ਇਹਦਾ ਮਤਲਬ ਵੀ ਸਿੱਖ ਐ ਨਹੀਂ ਬੈਠੇ ਵੀ ਸੁਸਤੀ ਮਾਰ ਰਹੇ ਹਵਾ 'ਚ ਵੀ ਕਥਾ ਹੋ ਰਹੀ ਹੈ, ਮਹਾਰਾਜ ਬਚਨ ਕਰਨ ਦੇ ਧਿਆਨ ਹੀ ਕੋਈ ਨਹੀਂ ਹੈਗਾ ਜੀ। ਸਾਰੀ ਗੱਲ ਦਾ ਉਹਨਾਂ ਦੇ ਮਨ 'ਚ ਆਉਂਦਾ ਵੀ ਜੇ ਆਹ ਗੱਲ ਹੈ ਤੇ ਫਿਰ ਆਹ ਗੱਲ ਕਿਵੇਂ ਹੈ? ਕਹਿੰਦੇ ਮਹਾਰਾਜ ਜੇ ਕਥਾ ਮਾਂ ਹੈ ਤੇ ਕਥਾ ਦਾ ਪਤੀ ਕੌਣ ਹੈ? ਕੀਰਤਨ ਦਾ ਪਿਓ ਕੌਣ ਹੈ? ਪਿਤਾ ਕੌਣ ਹੈ? ਮਹਾਰਾਜ ਇਹ ਵੀ ਦੱਸੋ। ਹਾਂਜੀ। ਕਹਿਓ ਗੁਰੂ ਸੋ ਪ੍ਰੇਮ ਪਛਾਨਹੁ। ਮਹਾਰਾਜ ਕਹਿਣ ਲੱਗੇ ਕਥਾ ਦਾ ਘਰ ਵਾਲਾ, ਕਥਾ ਦਾ ਪਤੀ ਪ੍ਰੇਮ ਹੈ। ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਦਾ ਪਿਤਾ ਪ੍ਰੇਮ ਹੈ। ਹਾਂਜੀ। ਕਥਾ ਕੀਰਤਨ ਪ੍ਰੇਮ ਜੇ ਠਾਨਹੁ। ਕਥਾ ਕੀਰਤਨ ਤੇ ਪ੍ਰੇਮ ਸਭ ਕੁਝ ਇਕੱਠਾ ਹੋਵੇ, ਪਰਿਵਾਰ ਹੀ ਸਾਰਾ ਪੂਰਾ ਹੋ ਜਾਂਦਾ। ਮਹਾਰਾਜ ਕਹਿੰਦੇ ਹਾਂਜੀ। ਪ੍ਰੇਮ ਹੋਏ ਸ਼ੋਭਤ ਹੈ ਦੋਏ। ਪ੍ਰੇਮ ਹੋਵੇ ਦੋਵੇਂ ਫੱਬਦੇ ਆ। ਮਾਂ ਪੁੱਤ ਤੁਰੇ ਜਾਣ, ਘਰ ਵਿੱਚ ਪਿਓ ਨਾ ਹੋਵੇ, ਨਹੀਂ ਗੱਲ ਬਣਦੀ। ਸੰਗਤ ਜੀ ਤਿੰਨੋਂ ਹੀ ਹੋਣ, ਤੁਰੇ ਜਾਂਦੇ ਹੋਣ, ਫੱਬਦੇ ਆ। ਮਹਾਰਾਜ ਕਹਿੰਦੇ ਪ੍ਰੇਮ ਹੋਵੇ, ਕਥਾ ਕੀਰਤਨ ਦੋਵੇਂ ਫੱਬਦੇ ਆ। ਹਾਂਜੀ। ਜਿਸ ਤੇ ਮਹਾ ਮਹਾਤਮ ਹੋਏ। ਪ੍ਰੇਮ ਨਾਲ ਕਥਾ ਹੋਵੇ, ਫਿਰ ਕੀਰਤਨ ਦਾ ਜਨਮ ਹੁੰਦਾ। ਅੰਦਰ ਹੀ ਅੰਦਰ ਕੀਰਤਨ ਵੀ ਚੱਲਦਾ ਹੈ, ਅਨਹਦ ਨਾਦ ਵੀ ਚੱਲਦੇ ਆ। ਮਹਾਰਾਜ ਕਹਿੰਦੇ ਫਿਰ ਜਿਸ ਤੇ ਮਹਾ ਮਹਾਤਮ ਹੋਏ, ਜਿਹਦਾ ਬੜਾ ਹੀ ਵੱਡਾ ਮਹਾਤਮ ਹੈ, ਕਹਿਣ ਲੱਗੇ। ਹਾਂਜੀ। ਸੁਨ ਸਤਿਗੁਰ ਕੋ ਦਵੈ ਉਪਦੇਸ਼। ਦੋਵਾਂ ਸਿੱਖਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਕੀਰਤਨ ਲਾਗੇ ਕਰਨ ਹਮੇਸ਼। ਫਿਰ ਰਾਗ ਜਾਣਦੇ ਸੀ, ਫਿਰ ਕੀਰਤਨ ਕਰਨ ਲੱਗੇ ਜੀ ਉਹ। ਹਾਂਜੀ। ਮਹਾ ਪ੍ਰੇਮ ਤੇ ਸ਼ਬਦ ਸੋ ਗਾਵੈ। ਬੜੇ ਪ੍ਰੇਮ ਦੇ ਨਾਲ ਸ਼ਬਦ ਪੜ੍ਹਦੇ ਆ ਉਹ। ਹਾਂਜੀ। ਨਹੀਂ ਕਾਮਨਾ ਕੋਏ ਉਠਾਵੈ। ਆਪਣੇ ਹਿਰਦੇ 'ਚ ਕੋਈ ਕਾਮਨਾ ਨਹੀਂ ਰੱਖਦੇ, ਪਰਾ ਲਬਦ ਕਰ ਜੋ ਕਿਛ ਪਾਏ। ਮੰਗਦੇ ਵੀ ਨਹੀਂ। 51,000 ਨਹੀਂ ਰੱਖਿਆ, ਗੱਜ ਕੇ ਆਖੋ ਵਾਹਿਗੁਰੂ। 1 ਲੱਖ ਸਵਾ ਲੱਖ ਨਹੀਂ ਰੱਖਿਆ। ਜੋ ਕੋਈ ਖੁਸ਼ੀ ਨਾ ਦੇ ਦਿੰਦਾ ਉਹਨੇ ਹੀ ਲੈ ਲੈਂਦੇ ਨੇ। ਕਿਰਿਆ ਦੇਹ ਕੀ ਸੋ ਨਿਭਾਏ। ਉਹਦੇ ਨਾਲ ਦੇਹ ਦੀ ਕਿਰਿਆ ਦੀ ਪੂਰਤੀ ਕਰਦੇ ਆ। ਜਿੰਨੀ ਸਰੀਰ ਦੀ ਪਾਲਣ ਦਾ ਧਰਮ ਹੈ ਉਹ ਕਰਦੇ ਆ। ਕਰਹਿ ਭਾਉ ਸਿੱਖ ਸੰਗਤ ਦੇਤ। ਤੇ ਸਿੱਖ ਸੰਗਤਾਂ ਬੜਾ ਪ੍ਰੇਮ ਕਰਦੀਆਂ ਨੇ ਉਹਨਾਂ ਨਾਲ, ਉਹਨਾਂ ਨੂੰ ਮਾਇਆ ਦੇਣ ਦੀ ਕਮੀ ਨਹੀਂ ਰੱਖਦੀ ਸੰਗਤ। ਹਾਂਜੀ। ਕਰ ਗੁਜਰਾਨ ਆਪਨੀ ਲੇਤ। ਉਹ ਫਿਰ ਆਪਣਾ ਗੁਜ਼ਾਰਾ ਕਰਦੇ ਆ। ਹਾਂਜੀ। ਕੀਰਤਨ ਕਰਤ ਰਹਿ ਨਿਸ਼ਕਾਮ। ਇਸ ਤਰੀਕੇ ਨਾਲ ਦੋਵੇਂ ਸਿੱਖ ਨਿਸ਼ਕਾਮ ਕੀਰਤਨ ਕਰਦੇ ਰਹੇ ਆ, ਭਾਈ ਝੰਜ ਮੁਕੰਦਾ ਜੀ ਤੇ ਭਾਈ ਕਿਦਾਰਾ ਜੀ। ਹਾਂਜੀ। ਗੁਰ ਸੇਵਾ ਲਹਿ ਪਦ ਅਬਿਰਾਮ। ਮਹਾਰਾਜ ਜੀ ਦੀ ਸੇਵਾ ਵੀ ਕਰਦੇ ਆ, ਵੱਡਾ ਫਲ ਪ੍ਰਾਪਤ ਹੋਇਆ। ਵਾਕਈ ਉਹਨਾਂ ਦਾ ਭਲਾ ਹੋ ਗਿਆ ਕੀਰਤਨ ਕਰ ਕਰਕੇ। ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੁਰੂ ਅਰਜਨ ਸਾਹਿਬ ਜੀ ਦੀ ਸਾਖੀ ਆਪ ਜੀ ਨੇ ਸੁਣੀ ਹੈ। ਕੱਲ ਨੂੰ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ। ਕੱਲ ਦੇ ਦਿਨ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਗਮਨ ਧਾਰਨ ਕੀਤਾ। ਸਵੇਰ ਦੇ ਦੀਵਾਨਾਂ ਵਿੱਚ ਵੀ ਕਥਾ ਹੋਏਗੀ, ਸ਼ਾਮ ਦੇ ਦੀਵਾਨਾਂ ਵਿੱਚ ਤੇ ਹਰ ਰੋਜ਼ ਗੁਰੂ ਅਰਜਨ ਸਾਹਿਬ ਜੀ ਦੀ ਕਥਾ ਹੋ ਰਹੀ ਹੈ। ਪਹੁੰਚ ਕੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।